जब लग मेरी मेरी कर। जदों तक ये जीव मेरी जर, मेरी जोरू, मेरी जमीन इत्यादि करदा रहिंदा है। तब लग काजे नहीं सारा। तदों तक जीव दा परमार्थ दा एक भी कम नहीं सौरदा। जर नाम है सोने दा, चांदी दा, पैसे दा, माया दा, खजाने दा। जोरू नाम है स्त्री दा। जमीन भूमिया भूम उपर नित लूझै। छोड़ चले तृष्णा नहीं बुझै। सतगुरु कलगीधर जी जिस वक्त मालवे की धरती नूं भाग ला रहे सन, दीने कांगड़, उत्थे गुरु साहब जी विचरदियां होइयां एक जमीन दे विच गए। एक तितर बोल रहा सी। सिख कहन लगे जी वेखो किड्डी सोहनी आवाज है। सतगुरु जी कहन लगे नहीं, ये जिमींदार कह रहा है ये जमीन मेरी है, ये जमीन मेरी है। महाराज ने पंक्ति पढ़ी सी, भूमिया भूम पर नित लूझै, छोड़ चले तृष्णा नहीं बुझै। महाराज कहते पैली दा मालिक है, जमीन दा जिमीदार मर के तितर बन गया, पर फिर भी अपनी मलकीयत नहीं छड़ रहा, उच्च उच्ची बोली जा रही है। फिर महाराज ने उन्हें मुक्त किया सीगा। इयों जदों तक इंसान मेरी मेरी करता है, उदों तक इहदा मुक्ति का काम नहीं सौरदा, पर लोग दा भला नहीं हुंदा। मेरी मेरी करते जन्म गयो, कई जन्म इसदे मेरी मेरी करदियां बतीत हो गए हन। हों विच आया, हों विच गया, हों विच जम्मिया, हों विच मुआ, हों विच दिता, हों विच लिया, हों विच खटिया, हों विच गया, हों विच सचियार कूड़ियार, हों विच पाप पुण्य विचार, हों विच नरक सुरग अवतार, हों विच हसै, हों विच रोवै, हों विच भरीऐ, हों विच धोवै, हों विच जाति जिनसी खोवै, हों विच माया, हों विच छाया, होमे कर कर जानते पाया। इउं होमे दे नाल ही जीआ जंत पैदा हो रहे ने। जे ये बकरे दी मैं छड़ देण तां इन्हां दा जो परमार्थ दा दुनिया दा सारा काम सौर सकता है। तब लग काजे नहीं सारा। जब लग मेरी मेरी करे, जद तक जी मेरी जर मेरी जोरू मेरी जमीन आदि करदा रहिंदा, तदों तक जीवदा परमार्थ दा इस लोक दा एक भी काम नहीं सौरदा। जब मेरी मेरी मिट जाए। जदों गुर शब्द की कमाई करके जीव दे अंदरों मेरी मेरी वाली बिरती मिट जाती है, तब प्रभ काज सवार आए। तदों परमात्मा आप ही आके साक्षात्कार होके काम संवार दिंदा है। ऐसा ज्ञान विचार मना। कबीर भगत जी कहते ने कि हे मेरा मना, तू अजिहा ज्ञान विचार न कर। हर की न सिमरहो दुख भंजना। दुख नू नाश करन वाले हरि परमात्मा नू तू क्यों नहीं सिमरना करदा। विश्राम दे कर फरमान करदे ने। जब लग सिंह रह बन माहे।
ਤੱਕ ਸ਼ੇਰ ਜੰਗਲ ਵਿੱਚ ਰਹਿੰਦਾ ਹੈ। ਤਬ ਲਗ ਬਨ ਫੁਲਾਹੀ ਨਾਹੇ, ਤਦੋਂ ਤੱਕ ਜੰਗਲ ਵਿੱਚ ਹਰਨ ਆਦਿਕ ਜੀਵ ਪ੍ਰਫੁੱਲਤ ਨਹੀਂ ਹੁੰਦੇ। ਜਪਹਿ ਸਿਆਰ ਸਿੰਘ ਕਉ ਖਾਏ, ਜਦੋਂ ਸਰਬਾ ਜਿਹੜਾ ਪਿਸ਼ਾਬ ਨਾਲ ਪੂਛ ਭਿਉਂ ਕੇ ਸ਼ੇਰ ਨੂੰ ਮਾਰਦਾ ਤੇ ਸ਼ੇਰ ਚਿੱਤ ਹੋ ਜਾਂਦਾ, ਮਰ ਜਾਂਦਾ। ਇਹ ਸਰਬਾ ਸ਼ੇਰ ਦਾ ਵੀ ਸ਼ਿਕਾਰ ਕਰ ਦਿੰਦਾ ਹੈ। ਜਦ ਇਹ ਸ਼ੇਰ ਨੂੰ ਖਾ ਜਾਂਦਾ ਹੈ, ਭੂਲ ਰਹੀ ਸਗਲੀ ਬਨ ਰਾਏ, ਉਦੋਂ ਸਾਰੀ ਬਨਸਪਤੀ ਹਰਨ ਆਦਿਕ ਜੀਵਾਂ ਕਰਕੇ ਪ੍ਰਫੁੱਲਤ ਹੋਈ ਰਹਿੰਦੀ ਹੈ। ਇਹ ਬਾਹਰੀ ਅਰਥ ਹਨ। ਇੱਕ ਉਦਾਹਰਨ ਦਿੱਤੀ ਹੈ। ਆਓ ਹੁਣ ਅੰਤਰੀ ਵਰਤ ਉਪਦੇਸ਼ਮਈ ਅਰਥ ਸਰਵਣ ਕਰੋ। ਜਪ ਲਗ ਸਿੰਘ ਰਹਿ ਬਨ ਮਾਹੇ, ਜਦੋਂ ਤੱਕ ਇਹ ਸਰੀਰ ਰੂਪੀ ਜੰਗਲ ਵਿੱਚ ਹੰਕਾਰ ਰੂਪੀ ਸ਼ੇਰ ਰਹਿੰਦਾ ਹੈ। ਤਬ ਲਗ ਬਨ ਫੁਲਾਹੀ ਨਾਹੇ, ਤਦੋਂ ਤੱਕ ਇਹ ਸਰੀਰ ਰੂਪ ਜੰਗਲ ਵਿੱਚ ਸ਼ੁਭ ਗੁਣਾ ਰੂਪੀ ਮ੍ਰਿਗਾਵਲੀ ਪ੍ਰਫੁੱਲਤ ਹੀ ਨਹੀਂ ਹੋ ਸਕਦੀ। ਜਪਹਿ ਸਿਆਰ ਸਿੰਘ ਕਉ ਖਾਏ, ਜਦੋਂ ਹੀ ਵਿਵੇਕ ਅਪਰੋਹ ਗਿਆਨ ਰੂਪੀ ਸਰਬਾ ਹੰਕਾਰ ਰੂਪੀ ਸ਼ੇਰ ਨੂੰ ਖਾ ਜਾਵੇ, ਅਭਾਵ ਕਰ ਦਿੰਦਾ ਹੈ। ਭੂਲ ਰਹੇ ਸਗਲੀ ਬਨ ਰਾਏ, ਤਦੋਂ ਹੀ ਸਾਰੀ ਦੇਵੀ ਸੰਬਦਰ ਬਨਸਪਤੀ ਪ੍ਰਫੁੱਲਤ ਹੁੰਦੀ ਰਹਿੰਦੀ ਹੈ। ਜੀਤੋ ਬੂਢਾ ਹਾਰੋ ਤੇਰਾ, ਜੋ ਮਨੁੱਖ ਹੰਕਾਰ ਸਹਿਤ ਆਪਣੇ ਆਪ ਨੂੰ ਜਿੱਤਿਆ ਸਮਝਦਾ ਹੈ, ਇਹ ਜਾਦੂ ਦੀ ਪੌੜੀ ਦੀ ਤਰ੍ਹਾਂ ਹੈ। ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਅਤੇ ਜੋ ਸੰਸਾਰ ਵੱਲੋਂ ਹਾਰ ਜਾਂਦਾ ਹੈ, ਭਾਵ ਅਤਿਅੰਤ ਨਿਮਰਤਾ ਧਾਰਨ ਕਰਦਾ, ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਧਰੁਵ ਭਗਤ ਦੀ ਸਾਖੀ ਤੁਸੀਂ ਸਾਰਿਆਂ ਨੇ ਸਰਵਣ ਕੀਤੀ ਹੈ। ਧਰੁਵ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਡੁੱਡੋ ਹੋਲਿਕਾ ਮਾਂ ਪੁੱਛੈ, ਤੂੰ ਸਾਮਾਣੀ ਹੈ ਕੀ ਸੁਰੀਤਾ, ਸਾਵਾਣੀ ਹੈ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜਹੀਤਾ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੂਮਨ ਮੀਤਾ, ਪਰਮੇਸ਼ਰ ਆਰਾਧੀਐ, ਜਿਤੂ ਹੋਈਐ ਪਤਤ ਪੁਨੀਤਾ। ਜਿਸ ਵਕਤ ਡੁਸਕਾਰੀ ਮਾਰਦਾ ਆਪਦੇ ਮਾਂ ਦੀ ਮਹਿਲਾਂ ਵਿੱਚ ਆਇਆ, ਕਹਿਣ ਲੱਗਾ, ਦੱਸ ਮਾਂ ਤੂੰ ਗੋਲੀਆਂ ਕੀ ਰਾਣੀ ਹੈ? ਕਹਿਣ ਲੱਗੀ, ਹੋਇਆ ਕੀ? ਕਹਿੰਦਾ, ਨਹੀਂ, ਤੂੰ ਮੈਨੂੰ ਇਹ ਗੱਲ ਦਾ ਜਵਾਬ ਦੇ। 5 ਸਾਲ ਦਾ ਛੋਟਾ ਜਿਹਾ ਬੱਚਾ ਕਹਿੰਦਾ, ਦੱਸ ਤੂੰ ਗੋਲੀਆਂ ਕੀ ਰਾਣੀ ਹੈ? ਕਹਿੰਦੀ, ਹੋਇਆ ਕੀ? ਕਹਿੰਦਾ, ਮੈਂ ਹੱਸਦਾ ਖੇਡਦਾ ਮੌਜਾਂ ਮਾਣਦਾ ਮਹਿਲਾਂ ਦੇ ਵਿੱਚ ਆਇਆ, ਤੇ ਆਪਦੇ ਪਿਤਾ ਉਤਾਨਪਾਦ ਦੀ ਗੋਦ ਵਿੱਚ ਬੈਠਾ ਸੀ। ਮਤਰੇਈ ਮਾਂ ਨੇ ਮੈਨੂੰ ਬਾਂਹ ਤੋਂ ਫੜ ਕੇ ਤੇ ਪਿਤਾ ਦੀ ਗੋਦੀ ਵਿੱਚੋਂ ਉਠਾ ਦਿੱਤਾ, ਤੇ ਮੈਨੂੰ ਬੜਾ ਦੁੱਖ ਲੱਗਾ ਹੈ। ਇਸ ਕਰਕੇ ਮੈਂ ਤੈਨੂੰ ਪੁੱਛਦਾ ਵੀ ਤੂੰ ਮੈਨੂੰ ਇਸ ਗੱਲ ਦਾ ਜਵਾਬ ਦੇ ਵੀ ਤੂੰ ਗੋਲੀਆਂ ਕੀ ਰਾਣੀ ਹੈ? ਕਹਿੰਦੀ, ਪੁੱਤ ਜਨਮ ਦੀ ਤਾਂ ਮੈਂ ਰਾਣੀ ਹਾਂ, ਕਿਉਂਕਿ ਤੇਰਾ ਪਿਓ ਵੀ ਨਾਨਾ ਸੀਗਾ, ਉਹਨੇ ਤੇਰੇ ਪਿਤਾ ਉਤਾਨਪਾਦ ਦੇ ਨਾਲ ਮੇਰੀ ਸ਼ਾਦੀ ਕੀਤੀ, ਇਹ ਵੀ ਰਾਜਾ ਹੈ, ਪਰ ਮੇਰਾ ਸਤਿਕਾਰ ਕਿਉਂ ਨਹੀਂ? ਕਿਉਂਕਿ ਮੈਂ ਨਾਮ ਨਹੀਂ ਜਪਿਆ, ਭਗਤੀ ਨਹੀਂ ਕੀਤੀ। ਕਹਿਣ ਲੱਗਾ, ਫਿਰ ਕਿਸ ਉਦਮ ਤੇ ਮੈਨੂੰ ਰਾਜ ਮਿਲ ਸਕਦਾ? ਉਹ ਕਹਿੰਦੀ ਕਿ ਮੈਨੂੰ ਪਰਮੇਸ਼ਰ ਦਾ ਨਾਮ ਹੀ ਉੱਤਮ ਜਾਪਦਾ ਹੈ,
जो मैं नहीं जपिया सो तू जपेगा, तेरी मनोकामना पूरी होएगी। ता बाहर चलिया करन तप, मन बैरागी होए अतीता। माता सौ गई, दिने जांदा रौला पैना सीगा। रात के 12 बजे जो सारे थां थाई टाऊं टकानी हो गए, सुती पई मां दियां 3 परिक्रमा करके उसदे पैरीं हथ ला के मत्था टेकिया भी धन माता, सब तो पहली गुरु बच्चे की माता है, जो तू मैनूं सीधे रस्ते पाया। कलयुगी मां हुंदी अजकल वर्गी, इंदी फड़ कृपान ते वढ़ दे आपदी मां दा गाटा। मतरे भरा नूं मार सुट, राज तेरा ही है, पर नहीं पुठे पासे नहीं तोरिया। आखिर रब का नाम जपो, आपदे आप नूं शुद्ध करो, दुनिया अपने आप ही सही हो जाऊगी। जद असीं आप खराब हाँ, फिर सारे ही सानूं जापदे ने भी खराब ने। तुसीं आपदा आप सही करो। 12 बजे रात नूं निकल गया, जंगल दे विच तप करन दा मन बना लिया। तां रस्ते विच नारद मुनि ने मन बिगाड़िया, कहने लगा काका तू छोटा जिहा बच्चा है, आपदी मां प्यो नूं छड्डीदा नहीं हुंदा। नियाणे नूं तां फड़ के मां प्यो कुट दिंदे ने, चपेड़ा मार मार मूँह लाल कर दिंदे ने, ते फिर की होया? निक्की जी गल दा गुस्सा नहीं करीदा। कहने लगा तू परा हो जा, कौन है मेरे रस्ते नूं रोकण वाला? कहंदे काका बल्ली बाहर मींह पएगा, शेर चीते बघियाड़ तेनों खा जाएंगे, कुदरती आफतां दा तेनों मुकाबला करना पएगा, जंगली जानवर तेनों छड्डणगे नहीं, बड़ा औखा है रहना। कहंदा नहीं तू मेरा दुश्मन है, जो मैनूं तां नाम जपण तो रोक रिहा। जद उन्हें परख करके वेखिया कि ये श्रद्धा संयुक्त है, उस वक़्त नारद मुनि उपदेसिया। नारद मुनि ने नारायण नारायण का उपदेश दिता। कहने लगा कि बच्चा श्रद्धा भावना प्यार दे नाल सिदक भरोसे नाले नाम जाप, वाहिगुरू भली करेगा। जिस वक़्त साध संगत जियो दिन चढ़े तो राजे नूं पता लगा कि बच्चा मेरा मैनू छड्ड के तुर गया है, रथ भजा के ये रस्ते विच आया। कहन लगा कि गलती हो गई, तेरा मन टुट गया, मैनू तेरा मन नहीं सी तोड़ना चाहिए, तू घर चल पुत, कोई गल नहीं, मैं तो तेरा प्यो है ही हाँ, तेरा ही राज है। जे तेनू नहीं यकीन मेरे ते तो मैं अद्धा राज तेनू हुणे दिंदा, पर तू किते ना जा, नाम जपना घर बैठा जपी जा, पर बाहर ना जा, अद्धा राज हुणे ले ला, मैं हुणे संकल्प कर देना। सोचिया मना अजे तो नाम जपिया ही नहीं, मन ही बनाया जपन का। मां साची कहती सी कि पुत नाम जपे तो राज मिलता है, मैं भला किसी का दिता क्यों लवां, मैं तो आपदे बलबूते ते प्राप्त करूंगा, बल्कि किसी ना जंग करके युद्ध करके किसी नूं मार के नहीं, आपदे जीवन नूं सुधार के। स्वाद तां भी जे बंदे दे जीवन वाल वेख के उसनूं राजा चुनिया जाए, किसी नूं मार के उहदी गति हड़पनी ये कोई बहुत वड्डी बहादरी का काम नहीं है। ये तो मूर्ख बंदे नूं भी पता कि पत्थर मार के बंदे दा मत्था फटड़ कर दिओ, उहदी जगह ते आप खड़ जाओ। लड़ाई करनी मूर्खां दा काम है। इस वास्ते जनता अपनी खुशी दे नाल चुने, असल च वही धर्मी राजा है। सो मैं तो नाम जपूंगा, जवाब दे दिता। भाई गुरदास साहब जी ने अंतली पंक्ति सिद्धांत दिता है जिन्हों कहते ने मॉरल सिक्ख्या। कोई भी स्टोरी होंगी उसका मॉरल जरूर होंदा, उसकी सिक्ख्या जरूर होंदी है। सो उहदे नाल ही साडा संबंध है। जो कबीर साहब जी कह रहे ने, जीतो बूढ़े हारो तेरे
गुरुद्वारे का काम, रब का काम दुनिया नालों उल्ट है। महाराज ने आख्या भी ऊंचा चढ़ा, जिहड़ा समझदा भी मैं उच्चा चढ़ रहा ते सारियां तो उच्चा हो गया, सो पवै प्याला। समझ लो भी धरती ते हुणे डिग्गिया, अज नहीं भलके नहीं परसों सिर पर नहीं डिगूगा, तुसीं वेख के हसोगे। जिन्हों दुनिया चाढ़ती है, दुनिया का काम यही है भी थल्यों खिंच के सरसे वाले ने डिग्या कि नहीं डिग्या। ये राजनीतिक लोगों का काम है, जिहड़े लोगों के मोढियां दे खड़ के मेला वेखते ने, वो जदों मर्जी आपदा आसरा खिंच लैण। जिहड़ा नाम जप के संत बनदा वो कदी डिगदा नहीं, ना उन्होंने कोई देख सकता है। जिहड़ा हंकार ते पैसे के बलबूते ते किसी राजनीति के आधार के उपर नूं चढ़दा, वो अज नहीं भल के परसों डिग्या ही लो। फिर इहो जिहे टोए विच डिगदा, उहदी कोई बात नहीं पुछदा। ऊंचा चढ़ै सो पवै प्याला, तरन पड़ै तिस लगे ना काला। धरती ते डिगदियां उहनूं देर नहीं लगदी। तो जिहड़ा समझदा कि मैं अमीर बन गया, असल चो गुरुद्वारे ने गरीब किया है। जिनके पल्ले धन वसै तिनका नौ फकीर, जिनके हृदय तू वसै तीन गुणी गहीर। जिहड़ा आपदे आप नूं गरीब कहिंदा, गरीब समझदा, मैं गरीब सच टेक तो मेरे सतगुरु पूरे। वेखो श्री गुरु अमरदास जी महाराज जी का जीवन, एक टुट्टी जी जुलाई ने वो सड़ी जबान नाल महाराज का नाम पुट्ठा लिया। किस का नाम पुट्ठा नहीं लेना चाहिए, भावें तुहाडा आपदा ही बच्चा। वो गुल्ली राम, शली राम, टीटू शीटू ये कुत्तियां दे नाम होंदे ने, बंदियां भजंगियां दे नाम तां सिंह दे नाल होंदे ने। सरदार रूप सिंह, सरदार सतवंत सिंह, सरदार बेअंत सिंह, इउं नाल सरदार ते नाल सिंह, भावें आपदा तुहाडा बच्चा ही हो क्यों ना होवे, क्योंकि जे उहनूं सत्कार नाल सिंह नाल सरदार नाल बुलाओगे वो तुहाडा भी सत्कार करूगा। इसलिए जे टीटू शीटू किया तो फिर उन्हें भी उस तरह का जीवन। महाराज साहब सच्चे पातशाह जी के घर दे सत्कार वाले सिंह वाले नाम हैं। इउं साध संगत जीओ कहंदे ने, ऊंचा चढ़ै सो पवै प्याला, धरन पड़ै तिस लगे ना काला। जिहड़ा आपदे आप नूं वड्डा ते उच्चा गिणदा है वो समझ लो कि हेठां आ गया। जिहड़ा अमीर है वो समझ लो अज नहीं भल के नहीं परसों गरीब हो जाऊगा। जिहड़ा आपदे आप नूं गरीब समझदा, निमरतावान समझदा, मैं गरीब सच टेक तू मेरे सतगुरु पूरे। सतगुरां ते भरोसा रखदा। धन गुरु अमरदास जी महाराज सच्चे पातशाह नूं जद छोटा नाम लिया, नाम तां सी श्री गुरु अमरदास साहिब जी महाराज, उन्हें 3 अखर बोले सी। बस यही गल जब पुठी पै गई, उन्हें नाल निथावा भी कह दिता। 3 अखरां दा नाम लिया सी, 5 अखरां दा। श्री गुरु अमरदास जी महाराज 3 अखर पहले उन्हें बोले ते नाल निथावा कह दिता। मैं आखा कमलिए मैं निथावा नहीं, मेरे निथावियां दे थाम तां गुरु अंगद देव जी महाराज हैं। ते सचमुच जद गुरु अंगद देव जी दे कोल वो जलाई नूं पेश किया, उहदे घर वाले ने भी महाराज इहदे कोल गलती हो गई, इन्हें आपदे सेवक नूं निथावा आख दिता। महाराज कहंदे भी इहदी हुण माफ़ी नहीं है। माफ़ी तां ही हो सकती है जे तुसीं ये घर छड्ड के किते होर आपदा घर बना लो। ये हुण गुरुद्वारा बनूगा, ये इन्हां दा स्थान होवेगा। तुसीं सेवक की बेदबी की है, इथों चले जाओ। जे इत्थे रहोगे ये कमली रहोगी, ते जे तुसीं इथों चले जाओगे, क्योंकि इत्थे गुरु अमरदास जी के चरण लग गए हैं। ये जगह हुण गुरुद्वारा पवित्र स्थान बन गया, फिर ठीक हो जाओगे। तो गुरु महाराज ने प्रसन्न होकर श्री गुरु अमरदास जी ने 12 वर दिते सन। निमरता सेवा की, वेखो उच्चे साफ बन गए, गुरु साहब की पदवी ते विराजमान हो गए। धन गुरु रामदास जी घुंगणियां वेचदे, निमरता दे नाल गुरुद्वारे आके गुरु घर की कार सेवा, मिट्टी दीयां टोकरियां
ਬੌਲੀ ਸਾਹਿਬ ਦੇ ਵਿੱਚੋਂ ਹੇਠਾਂ ਤੋਂ ਉੱਪਰ ਲਿਆਉਂਦੇ। ਤੁਸੀਂ ਕਿਤੇ ਜਾ ਕੇ ਵੇਖਿਓ, ਉੱਪਰੋਂ ਹੇਠਾਂ ਨੂੰ ਦੇਖਣ ਨੂੰ ਡਰ ਲੱਗਦਾ ਕਿ ਕਦੋਂ ਥੱਲੇ ਜਾਵਾਂਗੇ, ਕਦੋਂ ਉੱਪਰ ਚੜਾਂਗੇ। ਮੇਰੇ ਵਰਗੇ ਤਾਂ ਹੇਠਾਂ ਤੋਂ ਜਲ ਲੈਣ ਜਾ ਹੀ ਨਹੀਂ ਸਕਦੇ, ਇੰਨਾ ਦਿਲ ਹੀ ਨਹੀਂ ਸਾਡਾ, ਉੱਪਰ ਨੂੰ ਕੌਣ ਚੜੂਗਾ। ਤੇ ਗੁਰੂ ਰਾਮਦਾਸ ਜੀ ਪਤਾ ਨਹੀਂ ਹਜ਼ਾਰਾਂ ਹੀ ਫੇਰੇ ਹੇਠਾਂ ਤੋਂ ਜ਼ਿਆਦਾ ਉਹ ਮਿੱਟੀ ਚੁੱਕ ਕੇ ਲਿਆਉਂਦੇ ਹੋਣਗੇ। ਅੱਜ ਕੱਲ੍ਹ ਤਾਂ ਪੌੜੀਆਂ ਨੇ, ਗਰਿੱਲਾਂ ਲੱਗੀਆਂ ਹੋਈਆਂ। ਉਦੋਂ ਕਿੰਨੀ ਚਿਕੜੀ ਹੋਏਗੀ, ਕੱਚੀ ਜਗ੍ਹਾ ਤੋਂ ਸਲਿਪਿੰਗ ਹੁੰਦਿਆਂ ਹੋਇਆ ਕਿੰਨੀ ਮੁਸ਼ਕਿਲ ਹੈ ਭਾਰ ਚੁੱਕ ਕੇ ਉੱਪਰ ਨੂੰ ਆਉਣਾ। ਸਾਨੂੰ ਖਾਲੀ ਫਿਕਰ ਪੈ ਜਾਂਦਾ। ਮੈਂ ਤਾਂ ਇਹੀ ਸੋਚਦਾ ਹਮੇਸ਼ਾ ਕਿ ਗੁਰੂ ਰਾਮਦਾਸ ਜੀ ਦੀ ਕਿੱਡੀ ਮਿਹਨਤ ਵੇਖੋ, ਕਿੱਡੀ ਕਮਾਈ ਹੈ। ਉਹਨਾਂ ਨੇ ਨਿਮਰਤਾ ਵਾਲਾ ਬਚਨ ਲਿਖਿਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾਂ सा विद तुम हर जानो आपे, हम रुलते फिरते कोई बात न पूछता, गुर सतगुर संग कीरे हम थापे, धन धन गुरु नानक जन केरा, जित मिलिया चौके सब सोग संतापे। धन गुरु नानक देव महाराज तू धन है। ਜਿਹੜੀ ਸਾਡੀ ਹਾਲਤ ਸੀ ਤੂੰ ਤਾਂ ਜਾਣਦਾ ਹੀ ਆ, ਦੂਜਿਆਂ ਨੂੰ ਤਾਂ ਭਾਵੇਂ ਨਹੀਂ ਪਤਾ ਜਿਹੜੇ ਨਵੇਂ ਆਏ ਨੇ। ਤਾਂ ਅਸੀਂ ਛੋਟੇ ਜਿਹੇ ਕੀੜਿਆਂ ਦੀ ਤਰ੍ਹਾਂ ਸੀਗੇ, ਤੇਰੇ ਚਰਨਾਂ ਦੇ ਨਾਲ ਲੱਗ ਕੇ ਤੇਰੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ। ਸੋ ਜਿੰਨਾ ਉੱਚਾ ਗੁਰੂ ਸਾਹਿਬ ਜੀ ਹੈ, ਉਨਾ ਹੀ ਉੱਚਾ ਸਿੱਖ ਨੂੰ ਪਦਵੀ ਬਖਸ਼ ਦਿੰਦਾ। ਪੰਜਾਂ ਪਿਆਰੇ ਸਾਹਿਬਾਨਾਂ ਨੂੰ ਜਿਹੜੇ ਵੱਖੋ ਵੱਖਰੇ ਇਲਾਕਿਆਂ ਵਿੱਚੋਂ ਆਏ ਸੀ ਔਰ ਵੱਖੋ ਵੱਖਰੀ ਜਾਤ ਵਿੱਚੋਂ ਸਨ, ਕਲਗੀਧਰ ਜੀ ਨੇ ਤਲਵਾਰ ਦੀ ਭੇਟ ਕਰਕੇ ਉਹਨਾਂ ਦੇ ਸੀਸ ਇੱਕੋ ਹੀ ਬਾਟੇ 'ਚ ਅੰਮ੍ਰਿਤ ਛਕਾ ਕੇ ਉਹਨਾਂ ਨੂੰ ਪੰਜ ਪਿਆਰੇ ਨਾਮ ਦਿੱਤਾ। ਪੰਜ ਪਰਵਾਨ ਪੰਜ ਪ੍ਰਧਾਨ ਔਰ ਅਦਬ ਸਤਿਕਾਰ ਦਿੱਤਾ। ਬਚਨ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਖਾਲਸਾ ਮੇਰਾ ਸਤਿਗੁਰੂ ਹੈ, ਬਲਕਿ ਐਸਾ ਨਹੀਂ ਹੋ ਸਕਦਾ। ਸਤਿਗੁਰੂ ਤਾਂ ਸਤਿਗੁਰੂ ਹੀ ਹੈ। ਅਸੀਂ ਤਾਂ ਗੁਰੂ ਜੀ ਦੇ ਸਿੱਖ ਹਾਂ, ਪਰ ਗੁਰੂ ਜੀ ਨੇ ਆਪਦੀ ਭਾਵਨਾ ਪ੍ਰਗਟ ਕੀਤੀ ਹੈ। ਕਿਉਂ? ਕਿਉਂਕਿ ਅੰਮ੍ਰਿਤ ਜੂ ਪੰਜਾਂ ਪਿਆਰਿਆਂ ਕੋਲੋਂ ਛਕਿਆ। ਕਹਿਣ ਦਾ ਭਾਵ ਹੈ ਕਿ ਕਲਯੁਗ ਦੇ ਸਤਿਗੁਰੂ ਪੰਜ ਪਿਆਰੇ ਨੇ। ਕਿਸੇ ਨੂੰ ਵੀ ਆਪ ਦਾ ਗੁਰੂ ਨਾ ਬਣਾਓ, ਭਾਵੇਂ ਕੋਈ ਪੱਗ ਵਾਲਾ ਤੇ ਭਾਵੇਂ ਕੋਈ ਟੋਪੀ ਵਾਲਾ। ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਹੈ। ਜੇ ਕਿਸੇ ਪੱਗ ਬੰਨ੍ਹ ਕੇ ਭੁਲੇਖਾ ਵੀ ਪਾਇਆ ਕਿ ਮੈਂ ਸਿੱਖਾਂ ਦਾ ਗੁਰੂ ਹਾਂ, ਇਹ ਉਹਦੀ ਆਪਦੀ ਮਨਮਤ ਹੈ, ਭੁਲੇਖੇ ਵਿੱਚ ਨਾ ਪਾਓ। ਜੇ ਉਹ ਬਾਣੀ ਵੀ ਪੜ੍ਹੇ, ਤੁਹਾਨੂੰ ਸੁਣਾਵੇ ਬਾਣੀ, ਕਵੇ ਵੀ ਮੈਨੂੰ ਸਤਿਗੁਰੂ ਮੰਨੋ, ਮੈਂ ਕਥਾ ਤਾਂ ਉਸ ਤਰ੍ਹਾਂ ਹੀ ਸੁਣਾਉਣਾ, ਬਿਲਕੁਲ ਨਹੀਂ। ਉਹ ਕੋਨਿਆਂ ਦਾ ਗੁਰੂ ਹੈ। ਜਿਹੜੇ ਮੋਨੇ ਕੋਨੇ ਨੇ ਉਹਨਾਂ ਦਾ ਗੁਰੂ ਹੋ ਸਕਦਾ। ਸਾਡੇ ਗਾਤਰੇ ਵਾਲੇ ਪੱਗਾਂ ਵਾਲਿਆਂ ਦਾ ਗੁਰੂ ਤਾਂ ਗੁਰੂ ਗੋਬਿੰਦ ਸਿੰਘ ਹੀ ਹੈ। ਆ ਜਿੰਨੇ ਵੀ ਦੇਹਧਾਰੀ ਪਖੰਡੀ ਗੁਰੂ ਤੁਰੇ ਫਿਰਦੇ ਨੇ, ਅੱਜ ਐਲਾਨ ਕਰ ਦੇਣ ਵੀ ਕੇਸ ਨਹੀਂ ਕਟਾਉਣੇ, ਕੋਈ ਉੱਥੇ ਨਹੀਂ ਜਾਊਗਾ। ਸਭ ਕੋਨੇ ਮੋਨੇ ਹੀ ਹਨ। ਤੇ ਇਸ ਵਾਸਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਵੇਖੋ ਕਿੰਨਾ ਸਤਿਕਾਰ ਦਿੱਤਾ ਉਹਨਾਂ ਨੂੰ। ਉਹਨਾਂ ਦੀਆਂ ਕੁਰਬਾਨੀਆਂ ਨੂੰ ਸਾਨੂੰ ਯਾਦ ਰੱਖਣਾ ਚਾਹੀਦਾ। ਆਪਦੇ ਆਪ ਨੂੰ ਵੱਡਾ ਨਹੀਂ ਮੰਨਣਾ ਚਾਹੀਦਾ। ਗੁਰੂ ਘਰ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ। ਸਤਿਗੁਰਾਂ ਦੀ ਗੁਰਬਾਣੀ ਨੂੰ ਹੀ ਮੁੱਖ ਰੱਖਣਾ ਚਾਹੀਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਠੀਕ ਹੈ, ਸਤ ਸੰਗਤ ਨੂੰ ਗੁਰੂ ਜੀ ਨੇ ਉੱਤਮ ਕਿਹਾ ਹੈ। ਉੱਤਮ ਸੰਗਤ ਉੱਤਮ ਹੋਵੇ। ਪਰ ਕਈ ਕਹਿੰਦੇ ਨੇ ਪ੍ਰਚਾਰਕ ਕਿ 21 ਵਿਸਵੇ ਸੰਗਤ ਤੇ 20 ਵਿਸਵੇ ਗੁਰੂ। ਮਤਲਬ ਸੰਗਤ ਤਾਂ ਗੁਰੂ ਜੀ ਦੇ ਨਾਲ ਹੀ ਹੈ। ਆਪਾਂ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਸੰਗਤ ਤਾਂ ਹੀ ਹੈ ਜੇ ਗੁਰੂ ਮਹਾਰਾਜ ਨੇ, ਜੇ ਗੁਰੂ ਨਹੀਂ ਤਾਂ ਸੰਗਤ ਕਾਦੀ ਹੋਈ। ਇਸ ਲਈ ਗੁਰੂ ਸਾਹਿਬ ਵੱਡੇ ਹਨ, ਸਭ ਤੋਂ ਉੱਤਮ ਨੇ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਾ ਰਾਖੀ ਮੇਰੀ। ਜਿੱਥੇ ਬੈਠਣ ਉੱਥੇ ਆਪ ਦੀ ਸੰਗਤ ਬਣਾ ਸਕਦੇ ਨੇ, ਬਣਾ ਲੈਂਦੇ ਨੇ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹਾਵਾ। ਆਪਾਂ ਕਿਧਰੋਂ ਵੱਡੇ ਹੋ ਗਏ। ਇਸ ਲਈ ਹੰਕਾਰ ਦੇ ਵਿੱਚ
ਮਾਨ ਦੇ ਵਿੱਚ ਬਚਨ ਨਹੀਂ ਕਰਨਾ ਚਾਹੀਦਾ। ਕਬੀਰ ਤੂੰ ਕਰਤਾ ਤੂੰ ਹੋਇਆ। ਕਬੀਰ ਸਾਹਿਬ ਨੇ ਨਿਮਰਤਾ ਦੇ ਬਚਨ ਲਿਖੇ ਨੇ, ਮੈਂ ਨਾ ਆ ਜਾਏ ਇਸ ਲਈ ਤੂੰ ਅੱਖਰ ਵਰਤੇ ਆ। ਗੱਲ ਉਹੀ ਹੈ ਕਿ ਰੱਬ ਰੱਬ ਕਰਦਾ ਮੈਂ ਰੱਬ ਬਣ ਗਿਆ, ਪਰ ਇਸ ਤਰ੍ਹਾਂ ਹੰਕਾਰ ਦਾ ਬਚਨ ਨਹੀਂ ਕੀਤਾ, ਭਗਤੀ ਵਿੱਚ ਲਪੇਟੇ ਹੋਏ ਬਚਨ ਕੀਤੇ ਹਨ। ਗੁਰੂ ਸਾਹਿਬ ਜੀ ਸਭ ਤੋਂ ਉੱਤਮ ਹਨ ਤੇ ਮਹਾਰਾਜ ਦੀ ਬਾਣੀ ਉੱਤਮ ਹੈ, ਗੁਰੂ ਸਾਹਿਬ ਦੀ ਕਥਾ ਉੱਤਮ ਹੈ। ਅਸੀਂ ਉੱਤਮ ਨਹੀਂ, ਕਥਾ ਕਰਕੇ ਹੀ ਜੇ ਕਿਸੇ ਦਾ ਸਤਿਕਾਰ ਹੈ, ਕੀਰਤਨ ਕਰਕੇ ਕਥਾ ਕਰਕੇ ਹੈ। ਉਤਮ ਕਥਾ ਸੁਣੀ ਜੈ ਸਰਬਨੀ ਮਾਇਆ ਕਰੋ ਭਗਵਾਨ, ਇਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਸੋ ਇਸ ਲਈ ਉਹ ਜਿਹੜਾ ਵਾਹਿਗੁਰੂ ਹੈ ਉਹ ਸਰਬ ਕਲਾ ਸਮਰੱਥ ਹੈ। ਜਿਹੜੀ ਗੇਂਦ ਹੈ ਗੇਂਦ ਉਹਨੂੰ ਜਿੰਨਾ ਵੀ ਜ਼ੋਰ ਦੀ ਤੁਸੀਂ ਹੇਠਾਂ ਪਟਕਾਓਗੇ, ਹੇਠਾਂ ਮਾਰੋਗੇ, ਉਨੀ ਤੁਹਾਡੇ ਸਿਰ ਚੜ ਬੋਲੇਗੀ, ਉੱਪਰ ਨੂੰ ਜਾਓਗੇ। ਇਸੇ ਤਰ੍ਹਾਂ ਜਿੰਨਾ ਵੀ ਸਿੱਖ ਨਿਮਰਤਾ ਦੇ ਵਿੱਚ ਆਪ ਦਾ ਸੀਸ ਨਿਭਾਊਗਾ ਉਨਾ ਹੀ ਉੱਚਾ ਹੋਵੇਗਾ। ਸਾਹਿਬਜ਼ਾਦਿਆਂ ਨੇ ਵੇਖੋ ਨੀਹਾਂ 'ਚ ਚਿਣ ਕੇ ਆਪ ਕੁਰਬਾਨ ਕੀਤਾ। ਬਾਬੇ ਤਾਰੂ ਸਿੰਘ ਸਾਹਿਬ ਨੇ ਖੋਪਰਾ ਲਵਾ ਦਿੱਤਾ। ਉਸ ਟਾਈਮ ਦੇ ਤਾਂ ਸਾਰੇ ਘਬਰਾ ਗਏ ਸਨ ਕਿ ਪਤਾ ਨਹੀਂ ਸਿੱਖੀ ਖਤਮ ਹੀ ਹੋ ਗਈ। ਤੇ ਵੇਖੋ ਉਹ ਹੁਣ ਸ਼੍ਰੋਮਣੀ ਗੁਰੂ ਘਰ ਦੇ ਪ੍ਰਧਾਨ ਸਿੰਘ ਹਨ, ਜਿਹੜੇ ਸ਼ਹੀਦਾਂ ਦੀ ਕੌਮ ਹੈ, ਸਭ ਤੋਂ ਉੱਤਮ ਹੈ। ਪਰ ਇਹਨਾਂ ਦੀ ਹੀ ਪ੍ਰਧਾਨਤਾ, ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿ ਆਣ, ਜਿਨ੍ਹਾਂ ਦੇ ਅਸਥਾਨ ਤੇ ਆ ਬੈਠੇ। ਉਸ ਵਕਤ ਇੱਕਦਮ ਦੁਰਘਟਨਾ ਹੋਈ, ਸਾਰੇ ਘਬਰਾਏ ਸਨ ਕਿ ਵੇਖੋ ਗੋਰਿਆਂ ਨੇ ਕੀ ਕਰ ਦਿੱਤਾ, ਪਰ ਨਹੀਂ, ਉਹਨਾਂ ਦਾ ਹੁਣ ਨਾਮੋ ਨਿਸ਼ਾਨ ਨਹੀਂ, ਸਿੰਘਾਂ ਦੀ ਜੈ ਜੈਕਾਰ ਹੈ। ਤਾਂ ਇਸ ਲਈ ਵਾਹਿਗੁਰੂ ਦੇ ਘਰ ਦੀ ਬਾਤ ਨੂੰ ਕੋਈ ਸਮਝ ਨਹੀਂ ਸਕਦਾ। ਜਿਹੜਾ ਇਨਸਾਨ ਸਮਝਦਾ ਕਿ ਮੈਂ ਜਿੱਤ ਗਿਆ, ਉਹ ਅਸਲ 'ਚ ਹਾਰ ਜਾਂਦਾ ਹੈ। ਉਹ ਪੰਕਤੀ ਅਜੇ ਮੈਂ ਪੜ੍ਹੀ ਨਹੀਂ, ਧਰੂਪ ਭਗਤ ਵਾਲੀ। ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਦੇ ਅੰਤ ਤੇ ਲਿਖਿਆ, ਹਾਰ ਚੱਲੇ ਗੁਰਮੁਖ ਜਗ ਜੀਤਾ। ਗੁਰਮੁਖ ਧਰੂਪ ਭਗਤ ਜੀ ਜਗਤ ਵੱਲੋਂ ਹਾਰ ਕੇ ਚੱਲੇ, ਹਾਰੀ ਗਏ ਸਨ। ਮਤਰੇਈ ਮਾਂ ਨੇ ਦਿਲ ਤੋੜ ਦਿੱਤਾ। ਦੁਨੀਆ ਦੀ ਐਸੀ ਰੀਤੀ ਹੈ, ਉਹ ਮਾਇਆਧਾਰੀ ਦਾ ਸਤਿਕਾਰ ਕਰਦੇ ਨੇ। ਇਸ ਵਾਸਤੇ ਸੋ ਹਾਰ ਕੇ ਘਰ ਛੱਡਿਆ ਸੀਗਾ, ਤੇ ਜਿਸ ਵਕਤ 6 ਮਹੀਨੇ ਨਾਮ ਜਪਿਆ, ਇੱਕ ਲੱਤ ਤੇ ਖਲੋ ਕੇ, ਇੱਕ ਚਰਨ ਦੇ, ਇੱਕ ਅੰਗੂਠੇ ਤੇ, ਤਾਂ ਵਾਹਿਗੁਰੂ ਜੀ ਪ੍ਰਤੱਖ ਹੋਏ ਤੇ 40,000 ਵਰਾ ਰਾਜ ਦਾ ਵਰ ਦਿੱਤਾ। ਤੇ ਫਿਰ ਬਾਅਦ ਦੇ ਵਿੱਚ ਤੂੰ ਅਟਲ ਅਜੂ ਹੁਣ ਨਾ ਟਰਿਓ, ਅਟਲ ਪਦਵੀ ਦੀ ਬਖਸ਼ਿਸ਼ ਕੀਤੀ। ਕਿਉਂ? ਗੁਰਮੁਖ ਤੁਰੇ ਤਾਂ ਹਾਰ ਕੇ ਸੀ ਸੰਸਾਰ ਵੱਲੋਂ, ਜੰਗਲ ਵੱਲੋਂ, ਤੇ ਤਪ ਕਰਕੇ ਫਿਰ ਸੰਸਾਰ ਨੂੰ ਜਿੱਤ ਕੇ ਵਾਪਸ ਮੁੜੇ। ਮਤਲਬ ਕਹਿਣ ਦਾ ਵੀ ਕਿਸੇ ਨੂੰ ਫਾਈਟ ਨਾਲ ਨਹੀਂ ਜਿੱਤਿਆ ਜਾ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਈ ਤੋਪ ਨਹੀਂ ਚਲਾਈ, ਕੋਈ ਪਰਮਾਣੂ ਬੰਬ ਨਹੀਂ ਚਲਾਇਆ, ਕੋਈ ਗੋਲਾ ਗੋਲੀ ਨਹੀਂ ਚਲਾਇਆ, ਕੋਈ ਹਥਿਆਰ ਮਹਾਰਾਜ ਦੇ ਕੋਲ ਹੱਥ ਦੇ ਵਿੱਚ ਹੱਥ ਖਾਲੀ ਸੀ, ਪਰ ਉਹਨਾਂ ਸ਼ਬਦ ਦੀ ਇਹੋ ਜਿਹੀ ਚੋਟ ਮਾਰੀ ਹੈ, ਪਰ ਗੋਲਾ ਗਿਆਨ ਚਲਾਇਆ ਤੇ ਬੰਦੇ ਨੂੰ ਫੜਕਾ ਕੇ ਸੁੱਟ ਦਿੱਤਾ। ਵੇਖੋ ਮੱਕੇ ਦੇ ਹਾਜੀ ਮਹਾਰਾਜ ਦੇ ਚਰਨਾਂ 'ਚ ਆ ਕੇ ਡੱਠੇ। ਜਗਨਨਾਥਪੁਰੀ ਦੇ ਪਾਂਡੇ ਗੁਰੂ ਅੱਗੇ ਹੱਥ ਜੋੜ ਕੇ ਖੜ ਗਏ। ਗੋਰਖਨਾਥ ਵਰਗੇ ਵੱਡੇ ਵੱਡੇ ਜੋਗੀ ਗੁਰੂ ਮਹਾਰਾਜ ਦੇ ਗਲ 'ਚ ਗੁਰੂ ਮਹਾਰਾਜ ਦੇ ਅੱਗੇ ਗਲ 'ਚ ਪੱਲਾ ਪਾ ਕੇ ਬੇਨਤੀ ਕਰਨ ਲੱਗੇ ਕਿ ਸਾਨੂੰ ਵੀ ਸਮਰਥ ਬਖਸ਼ੋ। ਮਹਾਰਾਜ ਪਤਾ ਨਹੀਂ ਆਪ ਦੇ ਕੋਲ ਕੀ ਮੰਤਰ ਹੈ, ਆ ਮੇਰੇ ਗੁਰੂ ਨੂੰ ਵੀ ਸੁਧਾਰੋ ਜੀ, ਇਹ ਵਿਕਾਰੀ ਹੋਇਆ ਫਿਰਦਾ ਹੈ ਜੋਗੀਆਂ ਦਾ ਗੁਰੂ। ਮਛੰਦਰਨਾਥ ਸ਼ਿਵ ਜੀ ਦੀ ਅੰਸ਼ ਤੋਂ ਪੈਦਾ ਹੋਇਆ। ਵੇਖੋ ਕਿਹੜੀ ਕਰਤੂਤ ਕਰਦਾ ਹੈ। ਸੰਗਲਾ ਦੀਪ ਤੋਂ ਇਹਨੂੰ ਮੈਂ ਫੜ ਕੇ ਲਿਆਂਦਾ, ਕਿੰਨਾ ਬੁਰਾ ਕੰਮ ਹੈ। ਹੋਵੇ ਸਾਡਾ ਗੁਰੂ ਤੇ ਬਜਰ ਰਹਿਤੀ ਹੈ, ਇਹਨੂੰ ਸਮਝਾਓ ਜੀ। ਫਿਰ ਸਤਿਗੁਰੂ ਨੇ ਰਾਮਕਲੀ ਮਹੱਲਾ ਪਹਿਲਾ ਸ਼ਬਦ ਉਚਾਰ ਕੇ ਗੋਰਖ ਦੇ ਗੁਰੂ ਮਛੰਦਰਨਾਥ ਨੂੰ ਵੀ ਉਪਦੇਸ਼ ਦਿੱਤਾ। ਸੁਣ ਮਾਸ਼ੰਦਰਾ ਨਾਨਕ ਬੋਲੇ, ਵਸਪਤ ਪੰਚ ਕਰੇ ਨਾ ਡੋਲੇ। ਤੋਪ ਦੇ ਗੋਲੇ ਨਾਲ ਤਾਂ ਬੰਦਾ ਮਾਰੀ ਜਾਂਦਾ, ਸਤਿਗੁਰੂ ਨੇ ਬੰਦੇ ਨਹੀਂ ਮਾਰੇ, ਉਹਨਾਂ ਦੇ ਬੁਰੇ ਸੁਭਾਅ ਮਾਰ ਕੇ ਉਹਨਾਂ ਦੇ ਮਨਾਂ ਦੇ ਉੱਪਰ ਕਾਬੂ ਪਾਇਆ। ਕਿਉਂਕਿ ਮਹਾਰਾਜ ਦਾ ਆਪ ਦਾ ਮਨ ਕੰਟਰੋਲ ਵਿੱਚ ਸੀਗਾ। ਜਿਹੜਾ ਆਪ ਘਰੋਂ ਘਰ ਤੁਰਿਆ ਫਿਰਦਾ, ਦੂਜੇ ਨੂੰ ਕੀ ਸਮਝਾਊਗਾ?
सोई सतगुर पुरख है जिन पंजे दूत कीते वस शिके, जिन्हें पंज काम आदि दूत नूं आपदे वस विच कर लिया, वो समझ लो सतगुरु है। सो दसे पातशाहियां तो बगैर कोई साडे सिखां दा सतगुरु नहीं। सिखां दे गुरु गुरु नानक साहिब, गुरु गोबिंद सिंह, नानक गुरु गोबिंद सिंह, पूरन गुर अवतार, जगमग जोत बराज रही, श्री अबचल नगर मझार। किते सरसे नहीं, किते भैणी नहीं, किते ब्यास नहीं, अबचल नगर मझार। गुरु घर दे विच ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੀ ਆਤਮਾ ਬਿਰਾਜਮਾਨ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਸਾਡੇ ਸਤਿਗੁਰੂ ਨੇ। ਤੇ ਇਸ ਵਾਸਤੇ ਮਹਾਰਾਜ ਨੇ ਮਨ ਜੀਤੈ ਜਗ ਜੀਤ ਅੱਖਰ ਉਚਾਰੇ ਹਨ ਸ੍ਰੀ ਜਪਜੀ ਸਾਹਿਬ ਦੇ ਵਿੱਚ ਕਿ ਤੁਸੀਂ ਆਪਦੇ ਮਨ ਨੂੰ ਜਿੱਤੋ ਤਾਂ ਜਗਤ ਨੂੰ ਜਿੱਤ ਲਵੋਗੇ। ਜੀਤੋ ਬੂਢੈ ਹਾਰੋ ਤੇਰੇ। ਜੋ ਹੰਕਾਰ ਸਹਿਤ ਆਪਣੇ ਆਪ ਨੂੰ ਜਿੱਤਿਆ ਸਮਝਦਾ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦਾ। ਜੋ ਹਾਰ ਜਾਂਦਾ ਨਿਮਰਤਾ ਧਾਰਨ ਕਰਦਾ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸ਼ਾਰੀ। ਇਸ ਆਗੈ ਕੋ ਨਾ ਟਿਕੈ ਵੇਕਾਰੀ। ਗੁਰ ਪੂਰਾ ਇਹ ਗੱਲ ਸਾਰੀ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਗੁਰ ਬਰਸਾਤੀ ਪਾਰੇ ਉਤਰੈ। ਅਤੇ ਗੁਰਾਂ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਰ ਜਾਂਦਾ ਹੈ। ਦਾਸ ਕਬੀਰ ਰਖੈ ਸਮਝਾਏ। ਭਗਤ ਕਬੀਰ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਹਨ ਕਿ ਅਸੀਂ ਸਮਝਾ ਕੇ ਕਹਿੰਦੇ ਹਾਂ ਭਾਈ ਗੁਰਮੁਖੋ। ਕੇਵਲ ਰਾਮ ਰਹੋ ਲਿਵ ਲਾਏ। ਕੇਵਲ ਤੇ ਕੇਵਲ ਸਿਰਫ ਤੇ ਸਿਰਫ ਰਾਮ ਪਰਮਾਤਮਾ ਦੇ ਨਾਮ ਦੇ ਵਿੱਚ ਬਿਰਤੀ ਲਾ ਕੇ ਰਹਿਣਾ ਕਰੋ। 70 ਸੈ ਸਲਾਰ ਜਾ ਕੇ। ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਪਰਮਾਤਮਾ ਦੀ ਅਣਗਿਣਤ ਸਭਾ ਬਾਰੇ ਦੱਸਦੇ ਹੋਏ ਬੇਨਤੀ ਪੂਰਵਕ ਕਥਨ ਕਰਦੇ ਨੇ ਕਿ ਜਿਸ ਪਰਮਾਤਮਾ ਦੇ ਘਰ ਵਿੱਚ 70,000 ਸਰਦਾਰ ਯਾਨੀ ਫਰਿਸ਼ਤੇ ਰੱਖੇ ਹੋਏ ਨੇ ਜੋ ਪੈਗੰਬਰਾਂ ਨੂੰ ਹੁਕਮ ਦਿੰਦੇ ਹਨ ਅਤੇ ਪੈਗੰਬਰਾਂ ਦੀ ਰੱਖਿਆ ਲਈ ਇਹ ਯੋਧਿਆਂ ਦਾ ਰੂਪ ਧਾਰਨ ਕਰਕੇ ਆਉਂਦੇ ਹਨ। ਕਿਉਂਕਿ ਇਹ ਵੀ ਅਰਥ ਕੀਤੇ ਜਾਂਦੇ ਨੇ 1700 ਜਾਂ 1700 ਸਰਦਾਰ ਵਾਹਿਗੁਰੂ ਨੇ ਕੋਲ ਰੱਖੇ ਹੋਏ ਹਨ। ਇਹ ਧਰਮੀਆਂ ਦਾ ਵਿਸ਼ਵਾਸ ਹੈ। ਮੁਸਲਮਾਨਾਂ ਦਾ ਸਵਾ ਲੱਖ ਪੈਗੰਬਰ ਤਾਕੇ। ਉਸ ਪ੍ਰਭੂ ਦੇ ਦਰਬਾਰ ਦੇ ਵਿੱਚ ਇੱਕ ਮੁਹੰਮਦ ਪੈਗੰਬਰ ਹੀ ਨਹੀਂ ਹੈ, 1.25 ਲੱਖ ਪੈਗੰਬਰ ਰੱਖੇ ਹੋਏ ਹਨ। ਮੁਹੰਮਦ ਸਾਹਿਬ ਨੂੰ ਹੰਕਾਰ ਹੋ ਗਿਆ ਕਿ ਮੈਂ ਹੀ ਸੰਸਾਰ ਦੀ ਮਰਜ਼ਾਦਾ ਤੋਰਦਾ ਹਾਂ, ਸ਼ਰ੍ਹਾ ਦੇ ਵਿੱਚ ਮੁਸਲਮਾਨਾਂ ਨੂੰ ਚਲਾਉਂਦਾ। ਮੈਂ ਬੜਾ ਵੱਡਾ ਪੈਗੰਬਰ ਹਾਂ। ਪੈਗਾਮ ਅੰਬਰ, ਅੰਬਰ ਆਕਾਸ਼ ਤੋਂ ਪੈਗਾਮ ਲਿਆਉਣ ਵਾਲੇ ਨੂੰ ਪੈਗੰਬਰ ਕਹਿੰਦੇ ਨੇ। ਜਦ ਉਹਨੂੰ ਹੰਕਾਰ ਹੋਇਆ, ਖੁਦਾ ਨੇ ਉਹਦਾ ਹੰਕਾਰ ਤੋੜਨਾ ਚਾਹਿਆ। ਰਸਤੇ ਵਿੱਚ ਤੁਰਿਆ ਜਾ ਰਿਹਾ ਸੀ ਤੇ ਇੱਕ ਪਾਸੇ ਖੜਾ ਉਹ ਜਦ ਰਸਤਾ ਪਾਰ ਕਰਨ ਲੱਗਾ ਊਠਾਂ ਦੀ ਲੈਣ ਆਉਂਦੀ ਦਿਖੀ। ਸੋਚਿਆ ਮਣਾ ਊਠਾਂ ਨੂੰ ਲੰਘ ਲੈਣ ਦਿਆਂ, ਆਪਾਂ ਨੂੰ ਕਿਹੜੀ ਕਾਹਲੀ ਹੈ, ਜਦੋਂ ਊਠ ਲੰਘ ਜਾਣਗੇ ਫਿਰ ਮੈਂ ਲੰਘ ਜਾਊਂਗਾ। ਜਿਉਂ ਸਵੇਰ ਤੋਂ ਖੜਾ, ਜਿਉਂ ਸਵੇਰ ਤੋਂ ਖੜਾ, ਸ਼ਾਮਾਂ ਪੈ ਗਈਆਂ, ਸੂਰਜ ਛਿਪ ਗਿਆ। ਕਿਸੇ ਪ੍ਰੇਮੀ ਨੇ ਪੁੱਛਿਆ, ਸ਼ਾਇਦ ਖੁਦਾ ਹੀ ਸੀਗਾ। ਕਹਿਣ ਲੱਗੇ ਪੈਗੰਬਰ ਸਾਹਿਬ ਇੱਥੇ ਕਿਉਂ ਖੜੇ ਹੋਏ ਹੋ? ਬੜਾ ਚਿਰ ਹੋ ਗਿਆ ਤੁਹਾਨੂੰ ਦੇਖਦਿਆਂ ਨੂੰ। ਕਹਿੰਦਾ ਕਿ ਮੈਂ ਰਸਤਾ ਪਾਰ ਕਰਨਾ ਹੈ। ਸੋਚਿਆ ਕਿ ਊਠਾਂ ਦੀ ਲਾਈਨ ਲੰਘ ਲੈਂਦਿਆਂ ਊਠ ਲੰਘ ਜਾਣ ਫਿਰ ਮੈਂ ਲੰਘਾਂਗਾ। ਕਹਿਣ ਲੱਗੇ ਪੈਗੰਬਰ ਸਾਹਿਬ ਤੁਸੀਂ ਇਹਨਾਂ ਊਠਾਂ ਦੀ ਗੱਲ ਕਰਦੇ ਹੋ, ਲੰਘਣਾ ਤੁਸੀਂ ਅੱਗੇ ਪਿੱਛੇ ਹੋ ਕੇ ਲੰਘ ਜਾਓ। ਇਹ ਤਾਂ ਮੈਂ ਜਦੋਂ ਦਾ
ਦੇਖ ਰਿਹਾ ਇਸ ਤਰ੍ਹਾਂ ਹੀ ਊਠਾਂ ਦੀ ਲੈਣ ਤੁਰੀ ਜਾ ਰਹੀ ਹੈ, ਇਹ ਨਹੀਂ ਮੁੱਕਦੀ। ਕਹਿੰਦੇ ਇਹਨਾਂ ਦੇ ਉੱਪਰ ਹੈ ਕਿ ਇੱਕ ਊਠ ਸੀਗਾ, ਉਹਦੇ ਉੱਪਰ ਉਹ ਛੱਟ ਸੀ ਬੋਰੀ ਜੀ, ਦੋ ਜਿਹੜੇ ਖਾਨੇ ਇੱਕ ਪਾਸੇ, ਦੋ ਖਾਨੇ ਇੱਕ ਪਾਸੇ। ਉਹਨਾਂ ਦੇ ਵਿੱਚ ਛੱਟ ਦੇ ਵਿੱਚ ਦੋ ਦੋ ਟਰੰਕ ਰੱਖੇ ਹੋਏ ਸੀ, ਦੋ ਟਰੰਕ ਸੱਜੇ, ਦੋ ਟਰੰਕ ਖੱਬੇ ਪਾਸੇ, ਯਾਨੀ ਚਾਰ ਚਾਰ ਟਰੰਕ ਇੱਕ ਇੱਕ ਊਠ ਉੱਪਰ ਲੱਦੇ ਹੋਏ ਸੀ। ਕਹਿੰਦੇ ਵੇਖੀਏ ਤਾਂ ਸਹੀ, ਇਹਨਾਂ ਦੇ ਵਿੱਚ ਹੈ ਕਿ ਇੱਕ ਊਠ ਨੂੰ ਫੜ ਕੇ ਉਹਨੂੰ ਬਿਠਾ ਕੇ ਤੇ ਵੇਖਣ ਲੱਗੇ, ਜਦ ਟਰੰਕ ਨੂੰ ਦੇਖਿਆ ਜਿੰਦਰਾ ਲੱਗਾ ਹੋਇਆ ਸੀ, ਉਹ ਇੱਕ ਇੱਕ ਜਿੰਦਰੇ ਨਾਲ ਦੋ ਦੋ ਚਾਬੀਆਂ ਨਾਲ ਹੀ ਬੰਨੀਆਂ ਹੋਈਆਂ ਸੀ। ਚਾਬੀ ਲਾਈ, ਜਿੰਦਰਾ ਖੋਲਿਆ, ਜਦ ਟਰੰਕ ਦਾ ਢੱਕਣ ਖੋਲ ਕੇ ਦੇਖਿਆ, ਉਹਦੇ ਵਿੱਚ ਆਂਡੇ ਸੀ, ਆਂਡੇ। ਜਦ ਇੱਕ ਆਂਡਾ ਭੰਨਿਆ ਤਾਂ ਉਹਦੇ ਵਿੱਚੋਂ ਪੂਰੇ ਦਾ ਪੂਰਾ ਬ੍ਰਹਿਮੰਡ ਦਿਖਿਆ। ਸੂਰਜ, ਚੰਦਰਮਾ, ਤਾਰੇ, ਆਕਾਸ਼, ਪਤਾਲ ਤੇ ਇਉਂ ਇੱਕ ਇੱਕ ਸੂਰਜ, ਇੱਕ ਇੱਕ ਚੰਦਰਮਾ, ਆਕਾਸ਼, ਪਤਾਲ, ਪੂਰੇ ਬ੍ਰਹਿਮੰਡ ਨੂੰ ਵਿੱਚ ਮੁਹੰਮਦ ਸਾਹਿਬ ਨੇ ਆਪਦੇ ਵੀ ਦਰਸ਼ਨ ਕੀਤੇ। ਇੰਜ ਇੱਕ ਇੱਕ ਟਰੰਕ ਦੇ ਵਿੱਚ ਪਤਾ ਨਹੀਂ ਹਜ਼ਾਰਾਂ ਹੀ ਆਂਡੇ ਸਨ, ਇੱਕ ਇੱਕ ਆਂਡੇ 'ਚ ਇੱਕ ਇੱਕ ਬ੍ਰਹਿਮੰਡ ਸੀਗਾ। ਇਉਂ ਖੁਦਾ ਨੇ ਆਪਦੀ ਮਾਇਆ ਦੀ ਸ਼ਕਤੀ ਦੇ ਨਾਲ ਕਰੋੜਾਂ ਹੀ ਬ੍ਰਹਿਮੰਡ ਤੇ ਕਰੋੜਾਂ ਹੀ ਮੁਹੰਮਦ ਉਹ ਮੁਹੰਮਦ ਸਾਹਿਬ ਨੂੰ ਦਿਖਾਈ ਸੀ। ਤਾਂ ਮੁਹੰਮਦ ਸਾਹਿਬ ਦਾ ਹੰਕਾਰ ਟੁੱਟ ਗਿਆ। ਇਉਂ ਬ੍ਰਹਮਾ ਨੂੰ ਵੀ ਇੱਕ ਵਾਰ ਕਹਿੰਦੇ ਹੰਕਾਰ ਹੋ ਗਿਆ ਕਿ ਮੇਰੇ ਤੋਂ ਬਗੈਰ ਸੰਸਾਰ ਦੀ ਮਰਜ਼ਾਦਾ ਨਹੀਂ ਚੱਲਦੀ। ਮੈਂ ਹੈ ਤਾਂ ਮੈਂ ਵੀ ਦੋ ਚਾਰੀ ਨੇ, ਸੰਸਾਰ ਦੀ ਮਰਜ਼ਾਦਾ ਚੱਲਦੀ ਹੈ। ਤਾਂ ਰੱਬ ਨੇ ਇਹੋ ਜਿਹੀ ਹਵਾ ਵਗਾਈ ਕਿ ਇੱਕ ਮੂੰਹ ਵਾਲੇ, ਆਪਣਾ ਚਾਰ ਮੂੰਹ ਵਾਲੇ ਬ੍ਰਹਮਾ ਨੂੰ ਉਡਾ ਕੇ ਇਹੋ ਜਿਹੇ ਦੇਸ਼ ਲੈ ਕੇ ਜਿੱਥੇ ਅੱਠਾਂ ਮੂੰਹਾਂ ਵਾਲਾ ਸੀ, ਉਹਨੂੰ ਵੀ ਹੰਕਾਰ ਹੋ ਗਿਆ ਕਿ ਵੇਖੋ ਚਾਰ ਮੂੰਹਾਂ ਵਾਲਾ ਬ੍ਰਹਮਾ ਮੈਨੂੰ ਮੱਥਾ ਟੇਕਣ ਆਇਆ। ਜਦ ਉਹਨੂੰ ਵੀ ਹੰਕਾਰ ਹੋ ਗਿਆ ਵੀ ਮੈਂ ਵੱਡਾ, ਉਹਨਾਂ ਦੋਵਾਂ ਨੂੰ ਉਡਾ ਕੇ ਉਹੋ ਜਿਹੇ ਦੇਸ਼ ਲੈ ਕੇ ਜਿੱਥੇ 16 ਮੂੰਹਾਂ ਵਾਲਾ ਬ੍ਰਹਮਾ ਸੀਗਾ। ਇਉਂ ਪਤਾ ਨਹੀਂ ਕਈ ਬ੍ਰਹਮੇ ਦਿਖਾਏ, ਕੋਟ ਬ੍ਰਹਮੇ ਜਗ ਸਾਜਨ ਲਾਏ, ਕੋਟ ਮਹੇ ਸੋ ਪਾਏ ਸਮਾਏ, ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾਕੇ ਧਰਮਸਾਰ। ਇੰਜ ਵਾਹਿਗੁਰੂ ਦੀ ਕੁਦਰਤ ਬਹੁਤ ਮਹਾਨ ਹੈ। ਉਹ ਬ੍ਰਹਮੇ ਪਤਾ ਨਹੀਂ ਕਿੰਨੇ ਕਿੰਨੇ ਮੂੰਹਾਂ ਵਾਲੇ ਉੱਡੀ ਫਿਰ। ਇੰਜ ਜਿਹੜਾ ਹੰਕਾਰ ਹੈ ਇਹ ਬਿਲਕੁਲ ਫਜ਼ੂਲ ਹੈ। ਜੋ ਨਿਮਰਤਾ, ਸ਼ਰਧਾ, ਭਾਵਨਾ ਧਾਰਨ ਕਰਦਾ, ਉਹਦੇ ਬੇੜੇ ਪਾਰ ਹੁੰਦੇ ਹਨ। ਇਹ ਮਹਾਰਾਜ ਕਹਿੰਦੇ ਕਿ 70-100 ਜਾਂ 70,000 ਸਰਦਾਰ ਰੱਬ ਨੇ ਫਰਿਸ਼ਤੇ ਰੱਖੇ ਹੋਏ ਨੇ, ਜੋ ਪੈਗੰਬਰਾਂ ਨੂੰ ਹੁਕਮ ਦਿੰਦੇ ਨੇ, ਪੈਗੰਬਰਾਂ ਦੀ ਰੱਖਿਆ ਕਰਦੇ ਨੇ। ਤੇ ਉਸ ਪ੍ਰਭੂ ਦੇ ਦਰਬਾਰ ਦੇ ਵਿੱਚ ਇੱਕ ਮੁਹੰਮਦੀ ਪੈਗੰਬਰ ਨਹੀਂ, ਇੱਕੋ ਹੀ ਬ੍ਰਹਮਾ ਨਹੀਂ, 1.25 ਲੱਖ ਪੈਗੰਬਰ ਰੱਖੇ ਹੋਏ ਨੇ ਤੇ ਕਰੋੜਾਂ ਹੀ ਬ੍ਰਹਮੇ ਜਗਤ ਨੂੰ ਸਾਜਣ ਵਾਸਤੇ ਲਾਏ ਹੋਏ ਹਨ। ਸੇਖ ਜੋ ਕਹੀਐ ਕੋਟ 88। ਸ਼ੇਖ ਬਿਰਧ ਜਾਤੀ ਵਾਲੇ ਜਿਹੜੇ ਮੁਸਲਮਾਨ, ਉਹਨਾਂ ਦੀ ਖਾਸ ਜਾਤੀ ਦਾ ਨਾਮ ਹੈ। ਜਿਹੜੇ ਬਿਰਧ ਜਾਤੀ ਮੁਸਲਮਾਨਾਂ ਦੀ ਖਾਸ ਜਾਤੀ ਕਹੀਦੀ ਹੈ, ਇਹ ਸ਼ੇਖ ਵੀ 88 ਕਰੋੜ ਉਹਦੇ ਦਰ ਉੱਪਰ ਖਲੋਤੇ ਹੋਏ ਹਨ। ਸੋਦਰ ਦੀ ਪੌੜੀ ਵਿੱਚ ਮਹਾਰਾਜ ਜੀ ਨੇ ਸਾਰਿਆਂ ਨੂੰ ਖੜੇ ਖੜੋਤੇ ਗੁਣ ਗਾਉਂਦੇ ਦੱਸਿਆ ਹੈ। ਸੋਦਰ ਕੀਹਾ ਸੋ ਘਰ ਕੀਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੀਤੇ ਵਾਮਣ ਹਾਰੇ, ਕੀਤੇ ਰਾਗ ਪਰਿਸੋ ਕਹੀਨ, ਕੀਤੇ ਗਾਮਣ ਹਾਰੇ। ਗਾਵੇ ਤੋਹਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਧਰਮ ਰਾਜੇ ਨੂੰ ਦੁਆਰੇ ਦੀ ਖੜਿਆ ਦੱਸਿਆ। ਗਾਵੇ ਹੈ ਚਿੱਤ ਗੁਪਤ ਲਿਖ ਜਾਣਾ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬ੍ਰਹਮਾ ਦੇਵੀ, ਸੋਹਣ ਸਦਾ ਸਵਾਰੀ। ਗਾਵੇ ਇੰਦ ਇਦਾਸਨ ਬੈਠੇ, ਦੇਵਤਿਆਂ ਅੰਦਰ ਨਾਲੇ। ਇੰਦਰ ਨੂੰ ਵੀ ਮਹਾਰਾਜ ਦੇ ਦਰ ਤੇ ਗਾਉਣ ਵਾਲਾ ਆਖਿਆ ਹੈ, ਉਹ ਵੀ ਗੁਣ ਗਾ ਰਹੀ ਹੈ। ਇਉਂ ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ।
गावन तुधनो जति संतो सदी संतोखी गावे वीर करारे गावन पंडित पनर खीसर जुग जुग वेदा नाले गावे है मोहनिया मन मोहन सुरगा मच प्याले गावन रत्नो पाए तेरे 68 तीर्थ नाले गावे है जोध महाबल सूरा गावे है खानी चारे गावे है खंड मंडल वर पंडा कर कर रखे तारे सही तुधनु गावे है जो तुध पावन रते तेरे भगत रसाले होर कीते गावन से मैं चेतना आमन नानक क्या विचारे सोई सोई सदा सच साहिब साचा साची नाई है भी होसी जाए न जासी रचना जन रचाई ओही मालिक है रचना दा वो तो वड्डा होर दुनिया च कोई नहीं रंगी रंगी भाती कर कर जिनसी माया जिनों पाई ये माया की सारी खेड रची हुई है वो रब किड्डा वड्डा होएगा जिहदी खेड का कोई अंत नहीं लै सकदा कर कर वेख्या कीता अपना जिब तिसदी वडियाई जो तिस भावै सोई करसी हुक्म न करना जाई सो पातशाह साहा पातशाह पातशाह विष्णु या शिव जी या ब्रह्मा नहीं सब तो वड्डा सच्चा पातशाह वो वाहिगुरु है नानक रहन रजाई ओदी आग्या दे विच रहन दी आग्या हुक्म है इसलिए सो महाराज एक सो कहंदे अद्विती है एक ओंकार कोई दूजा होए सो अवरो कही है कोई उधर का दूजा होए तां ही किसी होर नूं आखिए लोग तां कमले ने जिहड़े अपने आप नूं भगवान कहंदे ने आप दी पूजा कराउंदे ने बचित्र नाटक दे विच कलगीधर ने आप दी आउण दा मनोरथ यही दस्सिया कि सारे ने आप दी पूजा कराई ते मैं अकाल पुरख वल्लों भेजिया वाहिगुरु दा नाम जपाउण आया खालसा पंथ दी सिरजना करन वास्ते आया हां पंथ परचुर करबे को साजा खालसा पंथ नूं प्रगट करके नाम दा प्रचार करन लई महाराज ने मैनूं साजिया है मैं हूँ परम पुरख उदासा देखन आयो जगत तमाशा मैं अपना सुत ही निवाजा पंथ परचुर सरज करबे को साजा जाए ताहां दे धर्म चलाए कबुध करन दे लोक हटाए वे कहंदे मैं हाथ जोड़ के बेनती भी की भी एडा वड्डा काम मेरे कोलों किवें हो पाएगा जिहड़े वड्डे वड्डे देवते नहीं कर सके ठाड़ पयो मैं जोर कर बचन कहा सिर न्याय पंथ चला तब जगत में जब तुम करो सह फिर मारे कहते भी मैं तेरी अंग संग तो मेरा ही रूप है मैं तेन आपदा पुत बना के भेजना मैं तेरे नाल उद्यमता कर जाता सही सो खालसा अकाल पुरख की फौज आखिया प्रगटियो खालसा परमात्मा की मौज ये नहीं आख्या भी मैं बनाया वाहिगुरु दे खुशी विचों खेड़े विचों खालसा कहते प्रगट होया सीधा वाहिगुरु सेंट्रल गवर्नमेंट की फौज ऐसे महाराज जी बचन ने सो जेड़े शेख भी 88 करोड़ ओदे दर पर खड़े हुए ओदे गुण गायन कर रहे हन 56 कोटा जाके खेल खासी जिस प्रभु दे 56 करोड़ यादव खास खेड़ करन वाले रखे हुए ने मसाइबी करन वाले रखे हुए हन मो गरीब की को गुजरावा ऐसी सभा दे मालक तक मैं गरीब दीन दी फरियाद नूं कौन पहुंचा सकदा है मजलस दूर महल को पावा उस दी मजलिस सभा दूर तक लगी हुई है उस दे स्वरूप तुरिया पाद रूपी महल नूं कौन पा सकदा भाव जिथे इन्ने महान हठी जपी तपी पीर पैगंबर खड़े होण उथे किसी दा भला की जोर चल सकदा है साडे नूं 1000 गुना वध कमाई वाले अगे खड़े ने विश्राम देकर फरमान करते हन 33 करोड़ी है खेल खाना 33 करोड़ देवते है तो पता नहीं किन्ने ही हन 33 करोड़ मुख मन्ने गए ने जिस प्रभु दे खेल खाना रसोईए रखे हुए हन कहंदे जिहड़ा कड़ा प्रसाद बनाया गुरु नानक साहब ने साढ़े को भट्ठियां भुट्ठियां सारा प्रबंध है
ਪਹਿਲਾਂ ਲੱਕੜਾਂ ਦੀ ਬਣਾਈ ਦਾ ਹੁੰਦਾ ਸੀਗਾ, ਫੂਕਾ ਮਾਰ ਮਾਰ ਹੰਭ ਜਾਣਾ, ਸਿਰ ਬੌਂਦਲ ਜਾਣਾ। ਅੱਜ ਕੱਲ੍ਹ ਗੈਸ ਭੱਠੀਆਂ ਨੇ, ਮਿੰਟ ਲੱਗਦਾ ਹੈ। ਸੋਚ ਨੱਪੋ ਤੇ ਚੜ੍ਹਦੀ ਕਲਾ। ਜਿੱਥੇ ਸਮੀਰ ਪਰਬਤ ਤੇ ਸਿੱਧ ਬਿਨਾਂ ਦੰਦਾਂ ਤੋਂ ਹੋ ਕੇ ਬੈਠ ਗਏ ਸਨ, ਉੱਥੇ ਕਿਹੜੀ ਭੱਠੀ ਸੀ ਮਹਾਰਾਜ ਕੋਲ? ਕਿਹੜਾ ਉੱਥੇ ਜਲ ਸੀਗਾ ਜਾਂ ਕਿਹੜਾ ਆਟਾ ਮਹਾਰਾਜ ਨਾਲ ਲੈ ਕੇ ਗਈ ਸੀ? ਖੰਡ ਉੱਥੇ ਕਿੱਥੋਂ ਹੋਣੀ ਸੀਗੀ? ਇਹ ਸਭ ਗੁਰੂ ਸਾਹਿਬ ਨੇ ਫੁਰਨਾ ਕੀਤਾ। ਸਿੱਧ ਕਹਿਣ ਲੱਗੇ, ਜੀ ਸਾਨੂੰ ਕੁਝ ਆਪ ਦਾ ਭੋਜਨ ਛਕਾਓ। ਜਿਸ ਤਰ੍ਹਾਂ ਅਸੀਂ ਆਪਣੀ ਭੁਗਤ ਦਿੰਦੇ ਹਾਂ, ਜੋ ਵਰਤਾਵਾ ਵਰਤਦਾ ਹੈ, ਇਹ ਭੁਗਤ ਸਾਰਿਆਂ ਨੂੰ ਦਿੰਦੇ ਆ। ਭੁਗਤ ਗਿਆਨ ਦਇਆ ਭੰਡਾਰਨ, ਇਹ ਮਹਾਰਾਜ ਨੇ ਉਹਨਾਂ ਤੋਂ ਹੀ ਬਚਨ ਕੀਤਾ ਹੈ। ਤੁਹਾਡੇ ਲੰਗਰ ਦਾ ਭੋਜਨ ਕੈਸਾ ਹੈ, ਸਾਨੂੰ ਛਕਾਓ, ਸਾਨੂੰ ਭੁੱਖ ਬੜੀ ਲੱਗੀ ਹੈ। ਜੇ ਤਾਂ ਗੁਰੂ ਗੋਬਿੰਦ ਸਿੰਘ ਹੁੰਦੇ, ਉਹਨਾਂ ਦਾ ਭਲਾ ਕੀ ਕਰਨਾ ਸੀਗਾ? ਗੁਰੂ ਮਹਾਰਾਜ ਨੂੰ ਵੀ ਇੱਕ ਤਿਲ ਦਿੱਤਾ ਸੀ ਸਿੱਧਾ ਨੇ ਇੱਕ ਵਾਰ, ਤੇ ਕਹਿੰਦੇ ਜੀ ਇਹ ਸਾਰਿਆਂ ਨੂੰ ਵਰਤਾਓ। ਫਿਰ ਮਨ ਨੇ ਘੋਟਾ ਮਾਰ ਕੇ ਇੱਕੋ ਹੀ ਤਿਲ ਨੂੰ ਪਾਣੀ ਪਾ ਗਿਆ। ਨਿਹੰਗਾ ਦਾ ਕੰਮ ਇਹੀ ਹੁੰਦਾ। ਗੁਰੂ ਗੋਬਿੰਦ ਸਿੰਘ ਹੁੰਦੇ, ਉਹਨਾਂ ਰਗੜਾ ਲਾ ਦੇਣਾ ਸੀ ਪੂਰਾ ਹੀ, ਵੀ ਲਓ ਜਿੰਨਾ ਮਰਜ਼ੀ ਪਾਣੀ ਪਾ ਕੇ ਵਧਾਈ ਜਾਓ, ਜਿੰਨੇ ਮਰਜ਼ੀ ਛਕੀ ਜਾਓ। ਤੋ ਗੁਰੂ ਸਾਹਿਬ ਦੀ ਪਰਖ ਕੀਤੀ। ਧੰਨ ਗੁਰੂ ਨਾਨਕ ਸਾਹਿਬ ਨੇ ਫੁਰਨਾ ਕੀਤਾ। ਅਗਨ ਦੇਵਤੇ ਨੇ ਅੱਗ ਲੈਣ ਦੀ, ਪੌਣ ਦੇਵਤੇ ਨੇ ਹਵਾ ਚਲਾਈ, ਹਵਾ ਦੇ ਨਾਲ ਹੀ ਅੱਗ ਬਲਦੀ ਹੈ, ਤੇ ਪਾਣੀ ਦੇਵਤੇ ਨੇ ਪਾਣੀ ਲਿਆਂਦਾ। ਇਉਂ ਸਭ ਦੇਵਤਿਆਂ ਨੇ ਮਹਾਰਾਜ ਨੂੰ ਰਸਤ ਪਾਣੀ ਭੇਟਾ ਕੀਤਾ, ਤੇ ਮਹਾਰਾਜ ਨੇ ਕੜਾ ਪ੍ਰਸ਼ਾਦ ਬੜਾ ਸੁੰਦਰ। ਜੇ ਆਪ ਨੂੰ ਕੋਈ ਪੁੱਛੇ ਕਿ ਕੜਾ ਪ੍ਰਸ਼ਾਦ ਦੀ ਕਾਢ ਕਿੰਨੇ ਕੱਢੀ, ਤਾਂ ਇਹਦਾ ਉੱਤਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ। ਤੇ ਕਦੋਂ? ਜਦੋਂ ਸਿੱਧ ਤੰਦਾਂ ਤੋਂ ਬਗੈਰ ਹੋ ਕੇ ਬੈਠ ਗਏ, ਤੇ ਮਹਾਰਾਜ ਨੇ ਇਹੋ ਜਿਹਾ ਭੋਜਨ ਗਰਮ ਗਰਮ ਛਕਾਇਆ, ਭਾਵੇਂ ਜੰਮਦੇ ਬੱਚੇ ਦੇ ਮੂੰਹ 'ਚ ਪਾ ਦਿਓ, ਤੇ ਭਾਵੇਂ ਮਰਨ ਕਰਾ ਦੇ ਪਏ ਬਜ਼ੁਰਗ ਦੇ ਮੂੰਹ 'ਚ ਪਾ ਦਿਓ, ਸਭ ਛਕਣਗੇ। ਦੰਦਾਂ ਵਾਲੇ ਵੀ ਦੰਦਾਂ ਤੋਂ ਬਗੈਰ ਹੋਵੇ, ਭਾਵੇਂ ਪੇਟ ਖਾਲੀ ਹੋਵੇ, ਛਕ ਲਓ ਤੇ ਪੇਟ ਭਰ ਜਾਊਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਦੇ ਵੇਲੇ ਸਿੰਘ ਜ਼ਖਮੀ ਹੁੰਦੇ, ਉਹਨਾਂ ਨੂੰ ਕੜਾਹ ਪ੍ਰਸ਼ਾਦ ਹੀ ਆਉਂਦਿਆਂ ਨੂੰ ਦਿੰਦੇ ਸੀਗੇ। ਇੱਕ ਬਹੁਤ ਵਧੀਆ ਗਜਾ ਹੈ, ਸਰੀਰ ਨੂੰ ਤਾਕਤ ਦਿੰਦੀ ਹੈ, ਪੇਟ ਵੀ ਪ੍ਰਸੰਨ ਹੁੰਦਾ, ਤੇ ਜ਼ਖਮਾਂ ਤੇ ਵੀ ਬੰਨ੍ਹ ਲਓ, ਟਕੋਰ ਹੋ ਜਾਂਦੀ ਹੈ, ਜ਼ਖਮ ਵੀ ਰਾਜੀ ਹੋ ਜਾਂਦਾ। ਇਉਂ ਮਹਾਰਾਜ ਨੇ ਆਪ ਦਾ ਜੋ ਪ੍ਰਸ਼ਾਦ ਹੈ, ਸਿੱਧਾ ਨੂੰ ਕੜਾਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਬਖਸ਼ਿਆ। ਕਹਿਣ ਦਾ ਭਾਵ ਹੈ ਕਿ ਗੁਰੂ ਘਰ ਦੇਵਤੇ ਵੀ ਸੇਵਾ ਕਰਦੇ ਨੇ। ਆ ਜਿਹੜੀਆਂ ਰੂਹਾਂ ਨੇ, ਇਹ ਵੀ ਬਰਤਨ ਮਾਂਜਦੀਆਂ। ਗੁਰੂ ਦੀਆਂ ਬਿਲਡਿੰਗਾਂ ਵੇਖੋ, ਮਹਾਰਾਜ ਦੀਆਂ ਸੇਵਾਵਾਂ ਕਿੰਨੀਆਂ ਮਹਾਨ, ਕਿੰਨੀ ਗਿਣਤੀ ਵਿੱਚ ਸੰਗਤ ਆਉਂਦੀ ਹੈ, ਤੇ ਪਤਾ ਕੋਈ ਨਹੀਂ ਚੱਲਦਾ ਵੀ ਕਿਵੇਂ ਸੇਵਾ ਹੋ ਗਈ। ਇਹ ਸਭ ਮਹਾਰਾਜ ਦੇ ਘਰ ਦੀ ਕਮਾਲ ਹੈ। ਇੱਥੇ ਬੇਅੰਤ ਰੂਹਾਂ ਹਾਜ਼ਰ ਨੇ, ਬੇਅੰਤ ਸੇਵਾ ਕਰਦੀਆਂ ਹਨ। ਦੇਵਤੇ ਵੀ ਮਹਾਰਾਜ ਦੇ ਦਰ ਤੇ ਖੜੇ ਨੇ। 33 ਕਰੋੜ ਜਿਹੜੇ ਦੇਵਤੇ, ਉਹਦੇ ਰਸੋਈਏ ਰੱਖੇ ਹੋਏ ਹਨ, ਉਹਦਾ ਕਾਰਖਾਨਾ, ਵਿਹਾਰ ਆਦਿ ਚਲਾਉਣ ਵਾਲੇ ਲਾਂਗਰੀ ਰੱਖੇ ਹੋਏ ਹਨ। 84 ਲੱਖ ਫਿਰਦੇ ਵਨਾ, 84 ਲੱਖ ਜੂਨਾਂ ਦੇ ਜੀਵ ਕਮਲੇ ਹੋਏ ਫਿਰਦੇ। ਭਾਵ ਜਿਵੇਂ ਰਾਜਿਆਂ ਨੇ ਸਭਾ ਵਿੱਚ ਹਾਸ ਰਸ ਵਾਸਤੇ ਕਮਲੇ ਮਨੁੱਖ ਰੱਖੇ ਹੁੰਦੇ ਹਨ, ਉਹ ਬੋਲਣ ਲੱਗਿਆ ਵੇਖਦੇ ਨੇ। ਜਿਸ ਤਰ੍ਹਾਂ ਮਰਾਸੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਖਾਣਾ ਕਹਿ ਦਿੱਤਾ ਸੀਗਾ, ਇਉਂ ਕਮਲੇ ਦਾ ਕੀ ਪਤਾ, ਉਹਦਾ ਕੋਈ ਗੁੱਸਾ ਵੀ ਨਹੀਂ ਕਰਦਾ। ਇਉਂ ਇਹ 84 ਲੱਖ ਜੂਨਾਂ ਦੇ ਜੀਵ ਕਮਲੇ ਰੱਖੇ ਹੋਏ ਨੇ। ਜਿਸ ਤਰ੍ਹਾਂ ਸੁਥਰੇ ਸ਼ਾਹ ਸੀਗਾ, ਗੁਰੂ ਗੋਬਿੰਦ ਸਿੰਘ ਦੀ ਸਭਾ ਦੇ ਵਿੱਚ ਉਹ ਹਾਸੇ ਮਖੌਲ ਵਾਲੇ ਬਚਨ ਕਰਦਾ, ਮਹਾਰਾਜ ਨੂੰ ਖੁਸ਼ ਰੱਖਦਾ ਸੀ, ਔਰ ਉਹਦੇ ਪਿੱਛੇ ਉਪਦੇਸ਼ ਵੀ ਹੁੰਦਾ ਸੀ। ਬਾਬਾ ਆਦਮ ਕਉ ਕਿਸ ਨਦਰ ਦਿਖਾਈ, ਜਦੋਂ ਖੁਦਾ ਨੇ ਬਾਬੇ ਆਦਮ ਨੂੰ ਕੁਝ ਕੁ ਕਿਰਪਾ ਦ੍ਰਿਸ਼ਟੀ ਦਿਖਾਉਣਾ ਕੀਤੀ, ਉਨ ਪੇ ਬਿਸਤ ਕਨੇਰੀ ਪਾਈ, ਤਦੋਂ ਉਸ ਬਾਬੇ ਆਦਮ ਨੇ ਵੀ ਬਹੁਤ ਸਾਰੀ ਸਵਰਗ ਦੀ ਮੌਜ ਮਾਣਨਾ ਕੀਤੀ। ਬਾਈਬਲ ਅਤੇ ਕੁਰਾਨ ਦੇ ਲੇਖ ਅਨੁਸਾਰ ਬਾਬਾ ਆਦਮ ਸਭ ਤੋਂ ਪਹਿਲਾ ਮਨੁੱਖ ਹੈ। ਆਦਮ ਦੀ ਔਲਾਦ ਹੀ ਆਦਮੀ ਅਖਵਾਉਂਦੀ ਹੈ। ਆਦਮ ਦੀ ਔਲਾਦ ਹੋਣ ਕਰਕੇ ਸਾਡਾ ਨਾਮ ਹੈ ਆਦਮੀ। ਪਰ ਮਹਾਰਾਜ ਨੇ ਦੇ ਅਰਥ ਕੀਤੇ ਨੇ ਆਦਮ। ਦਮ ਆ ਗਿਆ ਤਾਂ ਬੰਦਾ, ਨਹੀਂ ਤਾਂ ਮੁਰਦਾ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦੇ ਆਦਮੀ ਹੈ।
ਬੋਝੁਗ ਆਸ ਵਧਾ ਕੇ ਲੱਗੇ ਹੋਏ ਹਾਂ ਰੱਖੇ ਆਪਦੇ ਆਪ ਨੂੰ ਸਮਝਦਿਆਂ ਕਿ ਬੜੇ ਯੁੱਗਾਂ ਤੱਕ ਰਹਾਂਗੇ। ਹਮ ਆਦਮੀ ਹਾਂ ਇੱਕਦਮੀ ਮੁਹਲਤ ਮੋਤ ਨਾ ਜਾਣਾ, ਨਾਨਕ ਬਿਨ ਮੈਂ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਇਹਨੂੰ ਖੁਦਾ ਨੇ ਮਿੱਟੀ ਦੀ ਮੁੱਠ ਤੋਂ ਆਪਣੀ ਸ਼ਕਲ ਦਾ ਬਣਾਇਆ ਹੈ। ਰੱਬ ਨੇ ਆਪ ਦੀ ਸ਼ਕਲ ਦਿੱਤੀ ਹੈ ਤੇ ਬਹੁਤ ਸਮਾਂ ਇਸ ਵਰਗ ਦਾ ਸੁੱਖ ਪਿਸਤ ਦਾ ਸੁੱਖ ਦੇਣਾ ਕੀਤਾ। ਇੱਕ ਦਿਨ ਜਦੋਂ ਆਦਮ ਸੌਂਦਿਆ ਸੀ ਤਦ ਖੁਦਾ ਨੇ ਉਹਦੇ ਖੱਬੇ ਪਾਸੇ ਤੋਂ ਇੱਕ ਪਸਲੀ ਕੱਢ ਕੇ ਇੱਕ ਨਾਰੀ ਰਚੀ ਜੋ ਅੰਮਾ ਹਵਾ ਕਹਾਈ। ਖੁਦਾ ਨੇ ਇਹਨਾਂ ਨੂੰ ਅਦਨ ਬਾਗ ਵਿੱਚ ਰੱਖ ਕੇ ਕਿਹਾ ਕਿ ਤੁਸੀਂ ਇੱਥੇ ਆਨੰਦ ਨਾਲ ਰਹੋ ਤੇ ਫਲ ਆਦਿਕ ਪਦਾਰਥ ਖਾਓ, ਪਰ ਇੱਕ ਖਾਸ ਬੂਟਾ ਕਣਕ ਦਾ ਇਹ ਦੱਸ ਕੇ ਹਦਾਇਤ ਕੀਤੀ ਕਿ ਇਹਦਾ ਫਲ ਕਦੇ ਨਾ ਖਾਣਾ। ਇਸ ਪ੍ਰਕਾਰ ਇਹ ਦੋਵੇਂ ਸਰੀਰ ਤੋਂ ਨਗਨ ਰਹਿ ਕੇ ਬਹੁਤ ਸਮਾਂ ਪਿਸਤ ਦਾ ਸੁੱਖ ਮਾਣਦੇ ਰਹੇ। ਇੱਕ ਦਿਨ ਸ਼ੈਤਾਨ ਛੋਟੇ ਜਿਹੇ ਬਾਲਕ ਦਾ ਰੂਪ ਧਾਰ ਕੇ ਅੰਮਾ ਹਵਾ ਦੇ ਕੋਲ ਆ ਕੇ ਰੋਣ ਲੱਗ ਪਿਆ। ਅੰਮਾ ਹਵਾ ਨੇ ਰੋਣ ਦਾ ਕਾਰਨ ਪੁੱਛਿਆ। ਤਦੋਂ ਉਹਨੇ ਕਿਹਾ ਕਿ ਤੁਸੀਂ ਇਸ ਬਾਗ ਵਿੱਚ ਇੱਕ ਫਲ ਨਹੀਂ ਖਾਂਦੇ ਹੋ, ਕੱਲ ਨੂੰ ਤੁਹਾਨੂੰ ਇਸ ਪਿਸਤ ਵਿੱਚੋਂ ਹੇਠਾਂ ਸੁੱਟ ਦਿੱਤਾ ਜਾਵੇਗਾ। ਅੰਮਾ ਹਵਾ ਨੇ ਕਿਹਾ ਕਿ ਉਹ ਕਿਹੜਾ ਫਲ ਹੈ, ਅਸੀਂ ਖਾ ਲੈਂਦੇ ਹਾਂ। ਤਦੋਂ ਸ਼ੈਤਾਨ ਨੇ ਕਣਕ ਦਾ ਸਿੱਟਾ ਲਿਆ ਕੇ ਅੱਗੇ ਰੱਖ ਦਿੱਤਾ, ਜਿਸ ਤੋਂ ਅੰਮਾ ਹਵਾ ਨੇ ਬਾਬਾ ਆਦਮ ਨੂੰ ਉਹ ਵਰਜਿਤ ਫਲ ਖਾਣ ਲਈ ਮਜਬੂਰ ਕੀਤਾ। ਜਦੋਂ ਉਹਨਾਂ ਨੇ ਉਹ ਫਲ ਖਾਧਾ ਯਾਨੀ ਕਣਕ ਖਾਧੀ, ਤਦੋਂ ਉਹਨਾਂ ਨੂੰ ਆਪਣੇ ਸਰੀਰਾਂ ਦੀ ਸੋਝੀ ਹੋ ਗਈ। ਜਦੋਂ ਖੁਦਾ ਇਹਨਾਂ ਨੂੰ ਦਰਸ਼ਨ ਦੇਣ ਲਈ ਆਇਆ ਤਦੋਂ ਹੀ ਕੇਲਿਆਂ ਦੇ ਪੱਤਰਾਂ ਤੋਂ ਓਲੇ ਹੋ ਕੇ ਲੁਕ ਗਏ। ਇਹਨਾਂ ਨੂੰ ਸ਼ਰਮ ਆਈ। ਖੁਦਾ ਨੇ ਕਿਹਾ ਤੁਸੀਂ ਮੇਰੇ ਤੋਂ ਪਰਦਾ ਕੀਤਾ। ਮਾਵਾਂ ਪਿਓ ਤੋਂ ਬੱਚੇ ਜਿਹੜੇ ਛੋਟੇ ਉਹ ਪਰਦਾ ਨਹੀਂ ਕਰਦੇ, ਸ਼ਰਮ ਨਹੀਂ ਕਰਦੇ, ਤੁਸੀਂ ਮੇਰਾ ਬਚਨ ਨਹੀਂ ਮੰਨਿਆ। ਜਾਓ, ਤੁਹਾਡਾ ਸਰੀਰ ਮੁਸ਼ਕ ਗਿਆ, ਤੁਸੀਂ ਇੱਥੇ ਰਹਿਣ ਦੇ ਯੋਗ ਨਹੀਂ। ਜਿੰਨਾ ਚਿਰ ਬੱਚਾ ਰੋਟੀ ਨਾ ਖਾਏ ਉਹਨਾਂ ਚਿਰ ਤੇ ਉਹ ਚੜ੍ਹਦੀ ਕਲਾ 'ਚ ਜਿਉਂ ਬੁਰਕੀ ਮੂੰਹ 'ਚ ਪਈ ਤੇ ਮੁੜ ਕੇ ਮਾਂ ਵੀ ਨੱਕ ਫੜਦੀ ਹੈ ਵੀ ਪਰੇ ਪਰੇ। ਇਸ ਅਪਰਾਧ ਦੇ ਬਦਲੇ ਉਹ ਪਿਸਤ ਵਿੱਚੋਂ ਕੱਢੇ ਗਏ। ਖੁਦਾ ਤੋਂ ਸਰਾਪ ਮਿਲਿਆ। ਬਾਬਾ ਆਦਮ ਦੀ ਔਲਾਦ ਮਿਹਨਤ ਕਰਕੇ ਗੁਜ਼ਾਰਾ ਕਰੇ ਤੇ ਮੌਤ ਦਾ ਸ਼ਿਕਾਰ ਹੋਵੇ। ਆਦਮ ਦੀ ਉਮਰ ਬਾਈਬਲ ਦੇ ਵਿੱਚ 930 ਵਰ੍ਹੇ ਦੀ ਲਿਖੀ ਹੈ। ਇਹਦੇ ਪੁੱਤਰ ਕਾਇਨ, ਗਬਲ ਤੇ ਸ਼ੇਤ ਦੱਸੇ ਨੇ। ਟੀਪੀ ਹੋਗੈਸ ਇਸਲਾਮ ਦੀ ਡਿਕਸ਼ਨਰੀ ਵਿੱਚ ਲਿਖਦਾ ਹੈ ਕਿ ਜਦੋਂ ਬਾਬਾ ਆਦਮ ਤੇ ਅੰਮਾ ਹਵਾ ਪਿਸਤ ਵਿੱਚੋਂ ਡਿੱਗੇ ਤਦੋਂ ਆਦਮ ਤਾਂ ਲੰਕਾ ਤੇ ਹਵਾ ਅਰਬ ਦੇ ਵਿੱਚ ਜਦਾਹ ਦੇ ਪਾਸ ਡਿੱਗੀ। ਇਹ ਆਪਸ ਵਿੱਚ 200 ਵਰ੍ਹੇ ਜੁਦਾ ਰਹੇ। ਫਿਰ ਜ਼ਬਰਾਇਲ ਫਰਿਸ਼ਤੇ ਨੇ ਆਦਮ ਨੂੰ ਮੱਕੇ ਪਾਸ ਅਰਫਾ ਪਹਾੜ ਤੇ ਲਿਆ ਕੇ ਹਵਾ ਮਿਲਾਈ। ਆਦਮ ਆਪਣੀ ਔਰਤ ਨੂੰ ਲੈ ਕੇ ਫਿਰ ਲੰਕਾ ਚਲਾ ਗਿਆ। ਲੰਕਾ ਵਿੱਚ ਆਦਮ ਦੀ ਪਹਾੜੀ ਜਿਸ ਦੀ ਉਚਾਈ 7426 ਫੁੱਟ ਹੈ ਅਤੇ ਉਸ ਦੇ ਨਾਮ ਦਾ ਪੁਲ ਹੁਣ ਤੱਕ ਪ੍ਰਸਿੱਧ ਹੈ। ਰਮਾਇਣ ਵਿੱਚ ਇਹ ਪੁਲ ਰਾਮਚੰਦਰ ਤੋਂ ਬਣਿਆ ਲਿਖਿਆ ਹੈ। ਕਈਆਂ ਦਾ ਇਹ ਵੀ ਖਿਆਲ ਹੈ ਕਿ ਰਾਮ ਆਦਮ ਤੇ ਸੀਤਾ ਹਵਾ ਹੈ, ਜਿਵੇਂ ਨੂਹ ਅਤੇ ਮਨ ਇੱਕੋ ਹੀ ਹੈ। ਕਿਤਨਿਆਂ ਦਾ ਖਿਆਲ ਹੈ ਕਿ ਸ਼ਿਵ ਆਦਮ ਤੇ ਪਾਰਬਤੀ ਹਵਾ ਰਹੋ ਵਿਚਾਰ। ਜਦੋਂ ਬਾਬੇ ਆਦਮ ਨੂੰ ਸ਼ੈਤਾਨ ਨੇ ਆਪਣੀ ਕੁਝ ਖੋਟੀ ਦ੍ਰਿਸ਼ਟੀ ਦਿਖਾਈ ਤਦੋਂ ਉਸ ਬਾਬੇ ਆਦਮ ਨੇ ਵੀ ਬਹੁਤ ਜ਼ਿਆਦਾ ਹੀ ਸਵਰਗ ਦੀ ਪ੍ਰਾਪਤੀ ਕੀਤੀ। ਭਾਵ ਛੇਤੀ ਹੀ ਉਹਨਾਂ ਨੂੰ ਡੇਗ ਦਿੱਤਾ ਗਿਆ। ਦਿਲ ਖਲਹਲ ਜਾਂ ਕੰਜਰ ਦੁਰਬਾਨੀ, ਜਿਸ ਦੇ ਦਿਲ ਹਿਰਦੇ ਵਿੱਚ ਕਾਮ ਆਦਿਕ ਵਿਕਾਰਾਂ ਦਵੈਤ ਕਰਕੇ ਘਬਰਾਹਟ ਹੈ, ਉਹਦੇ ਚਿਹਰੇ ਦੀ ਰੰਗਤ ਪੀਲੀ ਪੈ ਜਾਂਦੀ ਹੈ। ਜਿਸ ਦੇ ਹਿਰਦੇ ਵਿੱਚ ਖੋਟਪੁਣਾ ਉਹਦਾ ਰੰਗ ਪੀਲਾ ਹੋਊਗਾ ਤੇ ਮਨ ਨਹੀਂ ਟਿਕੂਗਾ। ਜਿਹੜਾ ਅੰਦਰੋਂ ਸ਼ੁੱਧ ਹੈ ਉਹਦਾ ਚਿਹਰਾ ਲਾਲ ਸੁਰਖ ਹੋਊਗਾ। ਫੁੱਲ ਗੁਲਾਬ ਦੀ ਤਰ੍ਹਾਂ ਜਿਸ ਤਰ੍ਹਾਂ ਸੇਬ ਹੁੰਦਾ ਤੇ ਮਨ ਵੀ ਉਹ ਟਿਕਾ ਕੇ ਚੌਂਕੜਾ ਮਾਰ ਕੇ ਬੈਠੂਗਾ। ਛੋੜ ਕਦੇ ਵਕਾਰ ਸਤਾਨੀ, ਐਸੇ ਪੁਰਖ ਜਿਹੜੇ ਵਿਕਾਰੀ ਨੇ ਆਪਣੇ ਧਾਰਮਿਕ ਪੁਸਤਕ ਤੌਰੇਤ, ਜ਼ਬੂਰ, ਅੰਜੀਲ, ਕੁਰਾਨ ਛੱਡ ਕੇ ਸ਼ੈਤਾਨ ਬੁਣਾ ਕਰਨ ਲੱਗ ਪੈਂਦੇ। ਭਾਵ ਵਿਕਾਰਾਂ ਦੇ ਵਿੱਚ ਆਦਮੀ ਗਰਸਿਆ ਜਾਂਦਾ ਹੈ। ਦੁਨੀਆ ਦੋਸ ਰੋਸ ਹੈ ਲੋਈ, ਇਹ ਭਾਈ ਐਬ ਤਾਂ ਸੰਸਾਰੀ ਜੀਵਾਂ 'ਚ ਨੇ, ਪਰ ਪ੍ਰਕਾਸ਼ ਰੂਪ ਪ੍ਰਭੂ ਤੇ ਗੁੱਸਾ ਕਰਦੇ ਕਿ ਪ੍ਰਭੂ ਨੇ ਹੀ ਸਾਨੂੰ ਸਾਰੇ ਦੁੱਖ ਦਿੱਤੇ। ਲੋਕਾਂ ਉੱਪਰ ਗੁੱਸਾ ਕਰਦੇ ਹਨ। ਆਪਣ ਕੀਆਂ ਪਾਵੈ ਸੋਈ, ਪਰ ਇਹਨਾਂ
ਜਿਨ੍ਹਾਂ ਜੀਵਾਂ ਨੇ ਜਿਹੋ ਜਿਹਾ ਆਪਦਾ ਕਰਮ ਕੀਤਾ ਉਹੋ ਜਿਹਾ ਫਲ ਪਾਉਣਾ ਕਰਦੇ ਨੇ। ਇਸ ਲਈ ਉਸ ਖੁਦਾ ਅੱਗੇ ਇੰਜ ਬੇਨਤੀ ਹੀ ਕਰਨੀ ਬਣਦੀ ਹੈ। ਤੁਮ ਦਾਤੇ ਹਮ ਸਦਾ ਬਿਖਾਰੀ। हे ਪ੍ਰਭੂ ਤੁਸੀਂ ਦਾਤਾ ਦੇਣ ਵਾਲੇ ਹੋ, ਅਸੀਂ ਹਮੇਸ਼ਾ ਤੁਹਾਡੇ ਦਰ ਦੇ ਮੰਗਤੇ ਭਿਖਾਰੀ ਹਾਂ। ਦਿਓ ਜਵਾਬ ਹੋਏ ਬਜਗਾਰੀ। हे ਪ੍ਰਭੂ ਜੇਕਰ ਅਸੀਂ ਤੇਰੀ ਕਿਸੇ ਵੀ ਦਾਤ ਭਗਤੀ ਵੱਲੋਂ ਜਵਾਬ ਦਈਏ ਤਾਂ ਇਹ ਸਾਡੀ ਬਦਕਾਰੀ ਅਕਿਰਤ ਘਣਤਾ ਹੋਵੇਗੀ, ਕਲੰਕ ਵਾਲੇ ਹੋਵਾਂਗੇ। ਦਾਸ ਕਬੀਰ ਤੇਰੀ ਪਨਹ ਸਮਾਨਾ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਕਿ हे ਪ੍ਰਭੂ ਮੈਂ ਸੇਵਕ ਤੇਰੀ ਸ਼ਰਨ ਵਿੱਚ ਸਮਾਇਆ ਮਿਲਿਆ ਰਹਾ। ਇਸ ਤਨ ਜੀ ਰਾਖ ਰਹਿਮਾਨਾ। ਇਹ ਰਹਿਮ ਦਿਲ ਵਾਲੇ ਦਿਆਲੋ ਪ੍ਰਭੂ ਮੈਨੂੰ ਆਪ ਦੀ ਸ਼ਰਨ ਦੇ ਨੇੜੇ ਰੱਖਣਾ ਕਰੋ। ਇਹੀ ਸਾਡੇ ਲਈ ਸਵਰਗ ਦਾ ਸੁੱਖ ਹੈ। ਪਰ ਰਹਿ ਬੰਦਾ ਹੋ ਸਕਦਾ ਜਿਹੜਾ ਰੋਟੀ ਨਾ ਖਾਏ, ਖੁਰਾਕ ਘੱਟ ਕਰਨੀ ਪੈਂਦੀ ਹੈ। ਮਹਾਂਪੁਰਖ ਤਾਈਓ ਪਤਾ ਨਹੀਂ ਘੱਟ ਛਕਦੇ ਨੇ। ਉਹ ਜਿਹੜਾ ਅੰਨ ਹੈ ਇਸ ਲਈ ਅਰਦਾਸ ਕਰਕੇ ਛਕੀਦਾ ਕਿ ਮਹਾਰਾਜ ਕਾਮ ਕ੍ਰੋਧ ਅਰ ਲੋਭ ਮੋਹ ਸਾਰੀ ਬਿਮਾਰੀਆਂ ਦੀ ਜੜ ਖਾਣਾ ਹੈ। ਪਰ ਕੀ ਕਰੀਏ, ਸਰੀਰ ਦਾ ਧਰਮ ਹੀ ਮਹਾਰਾਜ ਨੇ ਜਾਨ ਹੀ ਇਹਦੇ 'ਚ ਪਾਈ ਹੋਈ ਹੈ। ਰੋਟੀਆਂ ਦੇ ਟੋਕਰੇ 'ਚ ਉਹ ਅੱਖਾਂ ਹੀ ਨਹੀਂ ਖੁੱਲ੍ਹਦੀਆਂ, ਬੋਲਿਆ ਹੀ ਨਹੀਂ ਜਾਂਦਾ, ਲੱਤਾਂ ਜਵਾਬ ਦੇ ਜਾਂਦੀਆਂ। ਪਰ ਜਿਹੜੀ ਸੁਰਤੀ ਬਿਰਤੀ ਹੈ ਭੁੱਖੇ ਰਹਿਣ ਤੋਂ ਜਲਦੀ ਇਕਾਗਰ ਹੁੰਦੀ ਹੈ। ਤੋ ਇਸ ਵਾਸਤੇ ਖਾ ਲਿਆ ਤੇ ਬਸ ਤੂੰ ਕੌਣ ਤੇ ਮੈਂ ਕੌਣ, ਫਿਰ ਕਿੰਨੇ ਬਾਣੀ ਪੜ੍ਹਨੀ। ਇਸ ਲਈ ਦੋਵੇਂ ਪਾਸੇ ਹੀ ਧਨ ਅਨਾਦ ਭੁੱਖੇ ਕਬਲ ਟੈ ਕੇ ਲੋੜ ਮੁਤਾਬਕ ਤਾਂ ਸਰੀਰ ਖਿੜਦਾ, ਪਰ ਲੋੜ ਤੋਂ ਵੱਧ ਵਿਕਾਰ ਪੈਦਾ ਕਰਦਾ ਹੈ। ਇਸ ਲਈ ਮਹਾਰਾਜ ਤੇਰੇ ਚਰਨਾਂ 'ਚ ਅਰਦਾਸ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਜਾਇ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਤੂੰ ਪਹਿਲਾਂ ਪ੍ਰਸ਼ਾਦ ਨੂੰ ਆਪ ਭੋਗ ਲਾ। ਤੇਰਾ ਸੀਤ ਪ੍ਰਸ਼ਾਦ ਪਵਿੱਤਰ ਹੋਇਆ ਜਾਣ ਕੇ ਅਸੀਂ ਆਪ ਦੇ ਮੂੰਹ ਵਿੱਚ ਪਾਈਏ, ਤਾਂ ਕਿ ਸਾਡਾ ਮਨ ਵੀ ਪਵਿੱਤਰ ਹੋਵੇ, ਹਰ ਬਾਣੀ ਪੜ੍ਹਨ ਨੂੰ ਦਿਲ ਕਰੇ, ਨਾਮ ਜਪੀਏ, ਤੇਰੀ ਸਿੱਖੀ ਕਮਾਈਏ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਦਾਸ ਕਬੀਰ ਤੇਰੀ ਪਨਹ ਸਮਾਨਾ। ਬਿਸ ਤਨ ਜੀ ਕਾ ਰਾਖ ਰਹਿਮਾਨਾ। ਵਾਹਿਗੁਰੂ ਜੀ ਕਾ ਖਾਲਸਾ